ਵਾਹਿਗੁਰੂ ਸਾਹਿਬ ਜੀ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ। ਮਾਇਆ ਮੋਹ ਪਰਮ ਪੈ ਭੂਲੇ, ਸੁਤ ਦਾ ਰਸੋਂ ਪ੍ਰੀਤ ਲਗਾਈ। ਏਕੋ ਤਮ ਬੰਧ ਸੁਨਿਓ ਗੁਰ ਸੰਗਤ, ਤੇ ਮਲੰਤ ਜਮ ਤਰਾਸ ਮਟਾਈ। ਏਕੇ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸਰਨਾਈ। ਏਕੇ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸਰਨਾਈ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਗਿਆਨ ਅੰਜਨ ਗੁਰ ਦੀਆ, ਗਿਆਨ ਅੰਧੇਰ ਬਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਸੁਖਾਉ ਟਲ ਗੁਰ ਸੇਵੀਐ, ਐਨਸ ਸਹਿਜ ਸੁਭਾਏ। ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਕਸਾਮਦੀ, ਨੂਰ ਅਰਸੋਂ ਕੁਰਸੋਂ ਚਟੀਐ। ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਕੱਟੀਐ। ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਗੁਜਰੀ ਮਹਲਾ ਚੌਥਾ, ਘਰ ਤੀਜਾ। ਮਾਈ ਬਾਪ ਪੁੱਤਰ ਸਭ ਹਰ ਕੇ ਕੀਏ, ਸਭਨਾ ਕੋ ਸੰਬੰਧ ਹਰ ਕਰ ਦੀਏ। ਹਮਰਾ ਜੋਰ ਸਭ ਰਿਓ ਮੇਰੇ ਵੀਰਾ, ਹਰ ਕਾ ਤਨ ਮਨ ਸਭ ਹਰ ਕੇ ਵਸ ਹੈ ਸਰੀਰ। ਮਾਈ ਬਾਪ ਪੁੱਤਰ ਸਭ ਹਰ ਕੇ ਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀਆ ਦੇ ਮਾਲਕ 10 ਗੁਰੂ ਸਾਹਿਬਾਨ ਦੀ ਹਿਰਦਾ ਸਰੂਪੇ ਬਾਣੀ, ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਬੈਠ ਰਹੀ ਗੁਰੂ ਕੀ ਸੰਗਤ ਤੇ ਆਪ ਸੰਗਤਾਂ ਨੇ ਸਤਿਗੁਰਾਂ ਦੀ ਗੁਰਬਾਣੀ ਦੇ ਨਿਤਨੇਮ ਅਤੇ ਕੀਰਤਨ ਦੀਆਂ ਦਾਤਾਂ ਨੂੰ ਸਰਵਣ ਕੀਤਾ। ਮਿਲਿਆ ਹੋਇਆ ਸਮਾਂ ਤੇ ਸਵਾਸ ਸਫਲੇ ਬਣਾਏ। ਗੁਰੂ ਪਾਤਸ਼ਾਹ ਦੀ ਅੰਮ੍ਰਿਤ ਬਾਣੀ ਦੀ ਵਿਚਾਰ ਆਪਾਂ ਅੰਮ੍ਰਿਤ ਵੇਲੇ ਸਰਵਣ ਕਰਦੇ ਹਾਂ। ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰ ਰਹੇ ਨੇ, ਸਤ ਸੰਗਤ ਦੀਆਂ ਘੜੀਆਂ ਦੀ ਦਾਤ ਬਖਸ਼ਿਸ਼ ਕੀਤੀ ਹੈ। ਆਓ ਕੁਝ ਸਮੇਂ ਵਾਸਤੇ ਮਨ ਬਿਰਤੀਆਂ ਟਿਕਾਈਏ, ਬੜੀ ਭਾਵਨਾ ਦੇ ਨਾਲ ਸਰਵਣ ਕਰੀਏ, ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਗੁਰੂ ਪਾਤਸ਼ਾਹ ਜੀ ਮੰਗਲਾਚਰਨ ਕਰਦੇ ਨੇ। ਅਕਾਲ ਪੁਰਖ ਨਿਰੰਕਾਰ ਇੱਕ ਹੈ ਅਤੇ ਉਸ ਇੱਕ ਦੀ ਪ੍ਰਾਪਤੀ ਜੋ ਹੈ ਸਤਿਗੁਰ ਪ੍ਰਸਾਦ, ਗੁਰੂ ਦੀ ਖੁਸ਼ੀ ਦੇ ਨਾਲ, ਬਖਸ਼ਿਸ਼ ਦੇ ਨਾਲ ਉਸ ਦੀ ਪ੍ਰਾਪਤੀ ਹੁੰਦੀ ਹੈ। ਜੇ ਤੂੰ ਪਰਮਾਤਮਾ ਨੂੰ ਮਿਲਣਾ ਚਾਹੁੰਦਾ ਹੈ ਜਾਂ ਉਹਨੂੰ ਪਾਉਣਾ ਚਾਹੁੰਦਾ ਹੈ ਤੇ ਤੈਨੂੰ ਗੁਰੂ ਦੀ ਰਹਿਮਤ ਲੈਣੀ ਪਵੇਗੀ, ਬਖਸ਼ਿਸ਼ ਲੈਣੀ ਪਵੇਗੀ। ਇਹ ਸਤਿਗੁਰੂ ਜੀ ਮੰਗਲ ਬਖਸ਼ਿਸ਼ ਕਰਦੇ ਨੇ। ਜਾਂ ਆਪਾਂ ਇਸ ਤਰ੍ਹਾਂ ਕਹਿ ਲਈਏ ਵੀ ਇਹ ਅਰਦਾਸ ਹੈ ਕਾਰਜ ਕਰਨ ਤੋਂ ਪਹਿਲਾਂ, ਤੇ ਸਤਿਗੁਰੂ ਜੀ ਫਰਮਾਉਂਦੇ ਹਨ। ਗੁਜਰੀ ਮਹਲਾ ਚੌਥਾ ਘਰ ਤੀਜਾ। ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਗੁਜਰੀ ਰਾਗ ਦਾ ਇਹ ਸ਼ਬਦ ਸਾਨੂੰ ਬਖਸ਼ਿਸ਼ ਕਰਨਗੇ। ਤੀਜੇ ਘਰ ਦੇ ਅੰਦਰ ਗਾਉਣ ਦਾ ਹੁਕਮ ਹੈ। ਜਿਹੜੇ ਗਵਈਏ ਨੇ, ਰਾਗ ਵਿਦਿਆ ਨੂੰ ਪੜ੍ਹਨ ਵਾਲੇ, ਜਾਣਨ ਵਾਲੇ, ਉਹਨਾਂ ਨੂੰ ਹੁਕਮ ਉਪਦੇਸ਼ ਇਹ ਹੈ ਵੀ ਇਸ ਘਰ ਦੇ ਅੰਦਰ ਇਹ ਸ਼ਬਦ ਨੂੰ ਪੜ੍ਹਨਾ। ਗੁਰੂ ਰਾਮਦਾਸ ਮਹਾਰਾਜ ਜੀ ਰਾਗ ਦਾ ਨਾਮ ਗੁਜਰੀ ਹੈ। ਇਹਦੇ ਵਿੱਚ ਉਪਦੇਸ਼ ਬਖਸ਼ਦੇ ਹਨ। ਮਾਈ ਬਾਪ ਪੁੱਤਰ ਸਭ ਹਰ ਕੇ ਕੀਏ। ਗੁਰੂ ਰਾਮਦਾਸ ਪਾਤਸ਼ਾਹ ਜੀ ਫਰਮਾਉਂਦੇ ਨੇ, ਐ ਮਨੁੱਖ, ਐ ਸਿੱਖ, ਇਹ ਬਚਨ ਆਪਣੇ ਮਨ ਵਿੱਚ ਸਮਝ ਲੈ। ਜਿਸ ਮਾਂ ਨੇ ਤੈਨੂੰ ਜਨਮ ਦਿੱਤਾ ਹੈ, ਉਸ ਮਾਂ ਨੂੰ ਪੈਦਾ ਕਰਨ ਵਾਲਾ ਵੀ ਪਰਮਾਤਮਾ ਹੈ। ਇਸ ਤੋਂ ਅੱਗੇ ਬਾਪ, ਜਿਸ ਬਾਪ ਦੇ ਕਰਕੇ ਤੂੰ ਜਣਿਆ ਹੈ, ਪੈਦਾ ਹੋਇਆ ਹੈ, ਜਾਂ ਜਿਸ ਬਾਪ ਨੇ ਤੈਨੂੰ ਪਾਲਿਆ ਹੈ, ਮਿਹਨਤ ਮਸ਼ੱਕਤ ਕਰਕੇ ਉਸ ਨੂੰ ਵੀ ਪਰਮਾਤਮਾ ਨੇ ਪੈਦਾ ਕੀਤਾ। ਪੁੱਤਰ, ਜੋ ਤੇਰੇ ਘਰ ਵਿੱਚ ਅੱਗੇ ਸੰਤਾਨ ਹੋਵੇਗੀ ਜਾਂ ਹੋਈ ਹੈ, ਉਹ ਪੁੱਤਰ ਪੈਦਾ ਕਰਨ ਵਾਲਾ ਵੀ ਪਰਮਾਤਮਾ ਹੈ। ਮਾਈ ਬਾਪ ਪੁੱਤਰ ਸਭ ਹਰ ਕੇ ਕੀਏ, ਇਹ ਪਰਮਾਤਮਾ ਦੇ ਪੈਦਾ ਕੀਤੇ ਹੋਏ। ਰੱਬ ਨੇ ਚਾਹਿਆ ਹੈ ਕਿਹਨੂੰ ਕੀ ਰਿਸ਼ਤਾ ਦੇਣਾ ਔਰ ਉਸ ਰਿਸ਼ਤੇ ਨੂੰ ਕਿੰਨਾ ਚਿਰ ਰੱਖਣਾ ਹੈ, ਇਹ ਉਹਦੇ ਹੁਕਮ ਦੇ ਵਿੱਚ ਹੈ। ਸਾਰਿਆਂ ਨੂੰ ਪੈਦਾ ਕਰਨ ਵਾਲਾ ਉਹ ਹੈ। ਸਭਨਾ ਕੋ ਸੰਬੰਧ ਹਰ ਕਰ ਦੀਏ। ਸਾਡਾ ਜਿਹੜਾ ਸੰਬੰਧ ਬਣਿਆ ਨਾ ਮਾਂ-ਬਾਪ ਦੇ ਨਾਲ, ਰਿਸ਼ਤੇਦਾਰੀ ਬਣੀ ਹੈ, ਕਿਵੇਂ ਬਣੀ ਹੈ? ਅਸੀਂ ਉਸ ਮਾਂ-ਬਾਪ ਦੇ ਘਰ ਵਿੱਚ ਪੈਦਾ ਹੋਏ ਹਾਂ ਤੇ ਉਹ ਸਾਡੇ ਮਾਂ-ਬਾਪ ਬਣ ਗਏ। ਜਿਹੜਾ ਸਾਡੇ ਨਾਲ ਕੋਈ ਹੋਰ ਪੈਦਾ ਹੋਇਆ, ਉਹ ਸਾਡਾ ਭੈਣ ਜਾਂ ਭਾਈ ਬਣ ਗਿਆ। ਜਾਂ ਸਾਡੇ ਘਰ ਵਿੱਚ ਜਿਹੜਾ ਅੱਗੇ ਪੈਦਾ ਹੋਵੇਗਾ, ਉਹ ਸਾਡਾ ਪੁੱਤਰ ਜਾਂ ਧੀ ਬਣੇਗਾ। ਇਹ ਜਿਹੜੇ ਸੰਬੰਧ ਨੇ, ਰਿਸ਼ਤੇਦਾਰੀ ਹੈ, ਇਹ ਪਰਮਾਤਮਾ ਨੇ ਬਣਾਈ ਹੈ। ਤੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਰਿਸ਼ਤੇਦਾਰੀ ਕਿੰਨਾ ਚਿਰ ਰਹਿਣੀ ਹੈ, ਇਹ ਵੀ ਉਹਦੇ ਹੁਕਮ ਦੇ ਵਿੱਚ ਹੀ ਹੈ। ਕਈਆਂ ਦੇ ਮਾਂ-ਬਾਪ ਜਨਮ ਦਿੰਦਿਆਂ ਸਰੀਰ ਛੱਡ ਜਾਂਦੇ, ਮਾਂ-ਬਾਪ ਦਾ ਸਾਇਆ ਉੱਠ ਜਾਂਦਾ। ਕਈਆਂ ਦੇ ਭੈਣ ਜਾਂ ਭਾਈ ਜਿਹੜੇ ਨੇ ਉਹ ਜਨਮ ਤੋਂ ਹੀ ਮਰ ਜਾਂਦੇ। ਕਈਆਂ ਦੇ ਪੁੱਤਰ ਪੈਦਾ ਹੋ ਕੇ ਮਰ ਜਾਂਦੇ। ਇਹ ਉਸ ਅਕਾਲ ਪੁਰਖ ਦੀ ਆਪਣੀ ਮੌਜ ਹੈ, ਆਪਣੀ ਰਜ਼ਾ ਹੈ ਕਿ ਇਸ ਰਿਸ਼ਤੇਦਾਰੀ ਦੇ ਨਾਲ ਤੂੰ ਕਿੰਨਾ ਸਮਾਂ ਰਹਿਣਾ ਹੈ। ਤੇਰੇ ਮਾਂ-ਬਾਪ ਤੇਰੇ ਸਿਰ 'ਤੇ ਕਿੰਨਾ ਚਿਰ ਰਹਿਣਗੇ, ਤੇਰੇ ਭੈਣ ਭਾਈ ਤੇਰੇ ਦੁੱਖ ਦੇ ਵਿੱਚ ਕਿੰਨਾ ਚਿਰ ਮਿਲੇ ਰਹਿਣਗੇ, ਜਾਂ ਤੇਰੇ ਪੁੱਤਰ ਧੀਆਂ ਕਿੰਨਾ ਚਿਰ ਰਹਿਣਗੇ। ਸਾਰਾ ਕੁਝ ਉਹਨੇ ਆਪਣੇ ਹੱਥ ਵਿੱਚ ਫੜਿਆ ਹੋਇਆ ਹੈ। ਸਭਨਾ ਕੋ ਸੰਬੰਧ ਹਰ ਕਰ ਦੀਏ। ਹਰੀ ਪਰਮਾਤਮਾ ਨੇ ਇਹ ਰਿਸ਼ਤੇਦਾਰੀ ਬਣਾਈ ਹੈ। ਕਿਉਂ ਬਣਾਈ ਹੈ? ਕਿਉਂਕਿ ਸਾਡਾ ਲੈਣਾ ਦੇਣਾ ਹੈ। ਜਿੰਨਾ ਚਿਰ ਸਾਡਾ ਲੈਣਾ ਦੇਣਾ ਕਰਮਾਂ ਦੇ ਨਾਲ ਬਣਿਆ, ਜਿਹਦੇ ਕੋਲੋਂ ਅਸੀਂ ਜਿੰਨਾ ਲੈਣਾ ਹੈ ਉਹਨਾਂ ਚਿਰ ਉਹਦੇ ਨਾਲ ਰਿਸ਼ਤੇਦਾਰੀ ਹੈ, ਉਹਨਾਂ ਚਿਰ ਸਾਡੀ ਉਹਦੇ ਨਾਲ ਪ੍ਰਾਹੁਣਾਚਾਰੀ ਹੈ, ਉਹਨਾਂ ਚਿਰ ਸਾਡਾ ਉਹਦੇ ਨਾਲ ਮੇਲ ਮਿਲਾਪ ਹੈ, ਜਿੰਨਾ ਅਸੀਂ ਉਹਦੇ ਕੋਲੋਂ ਲੈਣਾ ਹੈ। ਤੇ ਜਦੋਂ ਲੈ ਲਿਆ, ਪੂਰਾ ਹੋ ਗਿਆ, ਉਦੋਂ ਛੱਡ ਕੇ ਤੁਰ ਜਾਣਾ ਹੈ। ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਸਾਹਿਬ ਜੀ ਜਦੋਂ ਦੀਨ ਦੁਨੀਆ ਨੂੰ ਤਾਰਦੇ ਪਏ, ਇੱਕ ਸ਼ਾਹੂਕਾਰ ਜਿਹੜਾ ਹੈ, ਕਬੀਲੇ ਦਾ ਸਰਦਾਰ ਹੈ, ਬੜਾ ਵੱਡਾ ਧਨਾੜ ਆਦਮੀ ਹੈ, ਉਹਦੇ ਘਰ ਦੇ ਵਿੱਚ ਪੁੱਤਰ ਪੈਦਾ ਹੋਇਆ।
ਤੇ ਉਸਨੇ ਸਾਰੇ ਇਲਾਕੇ ਵਿੱਚ ਭੋਜਨ ਵਰਜਿਆ ਵੀ ਮੇਰੇ ਘਰ ਵਿੱਚ ਆ ਕੇ ਆਪਣੇ ਸਰੀਕੇ ਕਬੀਲੇ ਨੂੰ, ਪਿੰਡ ਵਾਲਿਆਂ ਨੂੰ, ਆਸ-ਪਾਸ ਦੇ ਲੋਕਾਂ ਨੂੰ ਆਖਿਆ ਮੇਰੇ ਘਰੇ ਆ ਕੇ ਦਾਵਤ ਲੈਣੀ ਹੈ, ਰੋਟੀ ਖਾਣੀ ਹੈ। ਜਿੱਥੇ ਸਾਰੇ ਗਏ ਉੱਥੇ ਭਾਈ ਮਰਦਾਨਾ ਜੀ ਵੀ ਚਲੇ ਗਏ, ਜਾ ਕੇ ਭੋਜਨ ਛਕਿਆ, ਬੜੇ ਆਨੰਦ ਦੇ ਨਾਲ ਛਕ ਕੇ ਮਹਾਰਾਜ ਦੇ ਕੋਲ ਆਏ। ਕਹਿਣ ਲੱਗੇ ਪਾਤਸ਼ਾਹ ਜੀ ਇਸ ਸ਼ਾਹੂਕਾਰ ਨੇ, ਸੋ ਇਸ ਸਰਦਾਰ ਨੇ ਬਹੁਤ ਵੱਡਾ ਭੰਡਾਰਾ ਕੀਤਾ ਹੈ, ਬੜੀਆਂ ਇਸ ਨੇ ਖੁਸ਼ੀਆਂ ਮਨਾਈਆਂ ਨੇ, ਇਹਦੇ ਘਰ ਵਿੱਚ ਪੁੱਤਰ ਪੈਦਾ ਹੋਇਆ, ਕਬੀਲੇ ਦਾ ਸਰਦਾਰ ਹੈ ਤੇ ਉਹਦੇ ਘਰ ਦੇ ਵਿੱਚ ਬੜੇ ਸੋਹਣੇ ਗੀਤ ਸੰਗੀਤ ਹੋ ਰਹੇ ਨੇ, ਬੜੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ। ਤੇ ਸਤਿਗੁਰੂ ਨਾਨਕ ਦੇ ਪਾਤਸ਼ਾਹ ਕਹਿਣ ਲੱਗੇ ਭਾਈ ਮਰਦਾਨਿਆ ਹਾਲੇ ਤੇ ਰਾਤ ਪਈ ਹੈ, ਸਵੇਰ ਦਾ ਸਮਾਂ ਵੇਖ। ਇਸੇ ਤਰ੍ਹਾਂ ਜਦੋਂ ਸਵੇਰ ਹੋਈ ਤੇ ਉਹ ਲੜਕਾ ਜਿਹੜਾ ਪੈਦਾ ਹੋਇਆ ਸੀਗਾ ਉਹ ਸਰੀਰ ਛੱਡ ਗਿਆ, ਮੌਤ ਨੂੰ ਪ੍ਰਾਪਤ ਹੋਇਆ। ਜਿੱਥੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਸਨ, ਗੀਤ ਸੰਗੀਤ ਗਾਏ ਜਾ ਰਹੇ ਸਨ, ਦਾਵਤਾਂ ਦਿੱਤੀਆਂ ਜਾ ਰਹੀਆਂ ਸਨ, ਉੱਥੇ ਰੋਣਾ ਪਿੱਟਣਾ ਸ਼ੁਰੂ ਹੋ ਗਿਆ, ਕਲੇਸ਼ ਪੈ ਗਿਆ, ਦੁੱਖ ਪ੍ਰਾਪਤ ਹੋਇਆ। ਤੇ ਉਸ ਵੇਲੇ ਕਿਸੇ ਨੇ ਉਹ ਸਰਦਾਰ ਨੂੰ ਦੱਸਿਆ ਵੀ ਇੱਕ ਸਾਧੂ ਆਏ ਨੇ, ਬਾਹਰ ਬੈਠੇ ਹੋਏ ਨੇ, ਉਹਨਾਂ ਦੀ ਸ਼ਰਨ ਵਿੱਚ ਜਾ, ਉਹ ਤੇਰਾ ਭਲਾ ਕਰਨਗੇ। ਜਦੋਂ ਸਤਿਗੁਰਾਂ ਦੇ ਕੋਲ ਆਇਆ, ਕਹਿਣ ਲੱਗਾ ਮਹਾਰਾਜ ਮੈਂ ਬੜੀਆਂ ਦੁਆਵਾਂ ਮੰਗ ਕੇ ਇਹਨੂੰ ਲਿਆ ਸੀਗਾ ਤੇ ਇਹ ਤੇ ਇੱਕ ਦਿਨ ਹੀ ਸਾਡੇ ਕੋਲ ਜਾਂ ਥੋੜਾ ਸਮਾਂ ਹੀ ਸਾਡੇ ਕੋਲ ਰਿਹਾ ਤੇ ਸਰੀਰ ਛੱਡ ਗਿਆ, ਕਾਰਨ ਕੀ ਹੈ? ਮਹਾਰਾਜ ਕਿਰਪਾ ਕਰੋ। ਤੇ ਗੁਰੂ ਨਾਨਕ ਦੇ ਪਾਤਸ਼ਾਹ ਕਹਿਣ ਲੱਗੇ ਐ ਸ਼ਾਹੂਕਾਰ, ਐ ਸਰਦਾਰ, ਇਹਦਾ ਪਿਛਲੇ ਜਨਮ ਦਾ ਤੇਰੇ ਨਾਲ ਕੋਈ ਲੈਣਾ ਦੇਣਾ ਸੀਗਾ, ਕੁਝ ਇਸਨੇ ਮਾਇਆ ਤੈਨੂੰ ਦੇਣੀ ਸੀ, ਜੋ ਇਹਦਾ ਹਿਸਾਬ ਸੀਗਾ ਉਹ ਮਾਇਆ ਇਸਨੇ ਤੈਨੂੰ ਦੇ ਦਿੱਤੀ ਹੈ। ਕਿਸ ਤਰ੍ਹਾਂ ਦਿੱਤੀ ਹੈ? ਜਿਹੜੇ ਲੋਕ ਇਹਨੂੰ ਵੇਖਣ ਆਏ ਸਨ ਉਹਨਾਂ ਨੇ ਸ਼ਗਨ ਦੇ ਰੂਪ ਦੇ ਵਿੱਚ ਮਾਇਆ ਇਹਦੇ ਅੱਗੇ ਰੱਖੀ ਹੈ, ਇਹਦੇ ਹੱਥ ਵਿੱਚ ਫੜਾਈ ਹੈ ਤੇ ਉਹ ਮਾਇਆ ਇਹਦੇ ਹੱਥੋਂ ਅੱਗੇ ਤੈਨੂੰ ਮਿਲ ਗਈ ਹੈ। ਉਹ ਸੰਬੰਧ ਇਹਦਾ ਬਣਿਆ ਸੀ ਤੇਰੇ ਨਾਲ ਲੈਣ ਦੇਣ ਦਾ, ਤੇ ਜਿੰਨਾ ਤੈਨੂੰ ਇਹਨੇ ਦੇਣਾ ਸੀਗਾ ਉਹ ਇਸਨੇ ਦੇ ਦਿੱਤਾ। ਜਿਹੜੀ ਮਾਇਆ ਇਹਦੇ ਕੋਲ ਆਈ ਹੈ ਇਹ ਆਪਣਾ ਹਿਸਾਬ ਤੇਰੇ ਨਾਲ ਨਿਬੇੜ ਕੇ ਚਲਾ ਗਿਆ ਹੈ। ਇਹ ਉਪਦੇਸ਼ ਦੇ ਕੇ ਮਹਾਰਾਜ ਸਾਹਿਬ ਜੀਆਂ ਨੇ ਉਸ ਨੂੰ ਜਿਹੜੀ ਹੈ ਸੋ ਉਹ ਭਾਣਾ ਮੰਨਣ ਦੀ ਸਮੱਤ ਬਖਸ਼ਿਸ਼ ਕੀਤੀ ਸੀ ਵੀ ਸਬਰ ਕਰ, ਇਹ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਹੈ ਜੋ ਹੁੰਦਾ ਹੈ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਸਭਨਾ ਕੋ ਸੰਬੰਧ ਹਰ ਆਪ ਕਰ ਦੀਏ। ਇਹ ਜਿਹੜੀ ਸਾਡੀ ਰਿਸ਼ਤੇਦਾਰੀ ਬਣੀ ਹੈ ਨਾ ਭੈਣ ਭਾਈ ਦੇ ਨਾਲ, ਮਾਂ ਬਾਪ ਦੇ ਨਾਲ, ਪੁੱਤਰਾਂ ਧੀਆਂ ਦੇ ਨਾਲ, ਇਹ ਉਹਨਾਂ ਚਿਰ ਬਣੀ ਹੈ, ਉਹਨਾਂ ਚਿਰ ਰਹਿਣੀ ਹੈ ਜਿੰਨਾ ਚਿਰ ਅਸੀਂ ਉਹਨਾਂ ਦਾ ਕੋਈ ਲੇਖਾ ਦੇਣਾ ਜਾਂ ਉਹਨਾਂ ਦਾ ਕੋਈ ਲੇਖਾ ਲੈਣਾ ਹੈ। ਜਦੋਂ ਹਿਸਾਬ ਨਿਬੜ ਜਾਂਦਾ ਫਿਰ ਇਹ ਸਰੀਰਾਂ ਦਾ ਵਿਛੋੜਾ ਪੈ ਜਾਂਦਾ। ਸਤਿਗੁਰੂ ਪਾਤਸ਼ਾਹ ਮਹਾਰਾਜ ਫਰਮਾਉਂਦੇ ਕਹਿਣ ਲੱਗੇ ਮਾਈ ਬਾਪ ਪੁੱਤਰ ਸਭ ਹਰ ਕੇ ਕੀਏ। ਇਹ ਰਿਸ਼ਤੇਦਾਰੀਆਂ ਜਿਹੜੀਆਂ ਸਾਡੀਆਂ ਬਣੀਆਂ ਇਹ ਰਿਸ਼ਤੇਦਾਰੀਆਂ ਸਰੀਰ ਦੀਆਂ ਨੇ, ਆਤਮਾ ਦੀ ਕੋਈ ਰਿਸ਼ਤੇਦਾਰੀ ਨਹੀਂ ਹੈ। ਜਿਸ ਘਰ ਦੇ ਵਿੱਚ ਸਰੀਰ ਪੈਦਾ ਹੋਇਆ ਉਸ ਘਰ ਦੇ ਮੈਂਬਰ ਸਾਡੇ ਰਿਸ਼ਤੇਦਾਰ ਬਣ ਗਏ। ਤੇ ਜਦੋਂ ਇਹ ਸਰੀਰ ਮੁੱਕ ਜਾਏਗਾ, ਸੰਸਕਾਰ ਹੋ ਜਾਏਗਾ, ਉਦੋਂ ਰਿਸ਼ਤੇਦਾਰੀ ਖਤਮ ਹੈ। ਜੇ ਉਹ ਮਰੀ ਹੋਈ ਆਤਮਾ ਕਿਸੇ ਨੂੰ ਦਿਸ ਵੀ ਪਵੇ ਤੇ ਲੋਕ ਫਿਰ ਡਰਨ ਲੱਗ ਪੈਂਦੇ ਉਹਦੇ ਕੋਲ ਵੀ ਇਹ ਮਰਿਆ ਹੋਇਆ ਹੁਣ ਦਿਸਦਾ ਕਿਉਂ ਹੈ। ਜਿਹੜਾ ਸਾਰੀ ਉਮਰ ਸਾਡੇ ਨਾਲ ਰਿਹਾ ਉਦੋਂ ਡਰ ਨਹੀਂ ਆਇਆ, ਪਰ ਜਦੋਂ ਉਹ ਸਰੀਰ ਛੱਡ ਗਿਆ ਬਾਅਦ ਵਿੱਚ ਕਿਤੇ ਭੜਕਦਾ ਹੋਇਆ ਦਿਸ ਪਿਆ ਤੇ ਡਰ ਲੱਗਦਾ ਹੈ। ਕਾਰਨ ਇਹ ਹੈ ਸਾਡੀ ਰਿਸ਼ਤੇਦਾਰੀ ਉਹਨਾਂ ਚਿਰ ਸੀ ਜਿੰਨਾ ਚਿਰ ਸਰੀਰ ਹੈ, ਸਰੀਰ ਮੁੱਕਿਆ ਰਿਸ਼ਤੇਦਾਰੀ ਖਤਮ ਹੋ ਗਈ ਹੈ। ਤੇ ਕੁਝ ਲੋਕ ਕਰਦੇ ਜਾਂ ਵੇਖੇ ਆਪਾਂ ਸੁਣੇ ਨੇ ਵੀ ਇਹ ਫਲਾਣੀ ਚੀਜ਼ ਮੰਗਦਾ ਸੀ ਇਹ ਦੇ ਦਿਓ ਤੇ ਫਿਰ ਅਰਦਾਸ ਕਰੋ ਵੀ ਇਸ ਤੋਂ ਬਾਅਦ ਵਿੱਚ ਦਿਸੇ ਨਾ ਜਾਂ ਮਿਲੇ ਨਾ। ਪਾਤਸ਼ਾਹ ਕਹਿਣ ਲੱਗੇ ਭਾਈ ਪਿਆਰਿਆ ਸੰਸਾਰ ਦਾ ਰਿਸ਼ਤਾ ਉਹਨਾਂ ਚਿਰ ਹੈ ਜਿੰਨਾ ਚਿਰ ਸਰੀਰ ਹੈ, ਤੇ ਸਰੀਰ ਦਾ ਰਿਸ਼ਤਾ ਵੀ ਉਹਨਾਂ ਚਿਰ ਹੈ ਜਿੰਨਾ ਚਿਰ ਤੇਰਾ ਕਰਮ ਹੈ। ਜਦੋਂ ਉਹ ਤੇਰਾ ਕਰਮ ਨਿਬੜ ਗਿਆ ਉਸ ਵੇਲੇ ਸਰੀਰ ਦਾ ਰਿਸ਼ਤਾ ਖਤਮ ਹੋ ਜਾਏਗਾ। ਪਾਤਸ਼ਾਹ ਕਹਿਣ ਲੱਗੇ ਸਭਨਾ ਕੋ ਸੰਬੰਧ ਹਰ ਕਰ ਦੀਏ। ਇਹ ਰਿਸ਼ਤੇਦਾਰੀ ਸੰਬੰਧ ਜੋ ਬਣਾਇਆ ਹੈ ਪਰਮਾਤਮਾ ਬਣਾਉਣ ਵਾਲਾ ਹੈ। ਹਮਰਾ ਜੋਰ ਸਭ ਰਹਿਓ ਮੇਰੇ ਵੀਰ। ਮੇਰੇ ਵੀਰ ਮੇਰੇ ਭਾਈ ਸਾਡਾ ਕੋਈ ਜ਼ੋਰ ਨਹੀਂ ਹੈ ਰੱਬ ਦੇ ਅੱਗੇ, ਜੋ ਕਰਦਾ ਉਹੀ ਹੁੰਦਾ ਹੈ। ਹਰ ਕਾ ਤਨ ਮਨ ਸਭ ਹਰ ਕੇ ਵਸ ਹੈ ਸਰੀਰ। ਇਹ ਹਰੀ ਪ੍ਰਮਾਤਮਾ ਦਾ ਤਨ ਤੇ ਮਨ, ਇਹ ਜਿਹੜਾ ਸਾਡਾ ਤਨ ਸਰੀਰ ਦਿਸਦਾ ਪਿਆ ਇਹ ਵੀ ਰੱਬ ਦੇ ਵਸ ਵਿੱਚ, ਜਿੰਨਾ ਚਿਰ ਉਹ ਚਾਹੇਗਾ ਉਹਨਾਂ ਚਿਰ ਚੱਲੇਗਾ।
ਸਾਡੇ ਇਸ ਤਨ ਦੇ ਵਿੱਚ ਜਿਹੜਾ ਮਨ ਫੁਰਨੇ ਕਰਦਾ ਹੈ, ਸੰਕਲਪ ਕਰਦਾ, ਇਹ ਵੀ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਹੀ ਹੈ। ਤੇ ਪਾਤਸ਼ਾਹ ਕਹਿਣਗੇ ਹਰ ਕੇ ਵਸ ਹੈ ਸਰੀਰ, ਜਿਹੜਾ ਸਾਡਾ ਸੂਖਸ਼ਮ ਸਰੀਰ ਹੈ, ਜਿਸ ਨੂੰ ਆਪਾਂ ਆਤਮਾ ਕਹਿ ਦਿੰਦੇ ਆ, ਉਹ ਆਤਮਾ ਵੀ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਹੈ। ਅਤੇ ਇਹ ਜਿਹੜਾ ਸਾਡਾ ਸਥੂਲ ਸਰੀਰ ਹੈ, ਇਹ ਵੀ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਹੈ। ਸਥੂਲ ਸਰੀਰ ਉਸ ਨੂੰ ਕਿਹਾ ਜਾਂਦਾ ਜਿਹੜਾ ਸਾਨੂੰ ਦਿਸਦਾ ਪਿਆ ਹੈ। ਇਹ ਵੱਡਾ ਦੇਹ ਸਾਡੀ 5 ਫੁੱਟ 6 ਫੁੱਟ ਲੰਬਾਈ ਜਿਹੜੀ ਦਿਸਦੀ ਹੈ ਨਾ, ਕੱਦ ਕਾਠ ਦਿਸਦਾ ਹੈ, ਇਸ ਨੂੰ ਸਥੂਲ ਸਰੀਰ ਆਖਿਆ। ਇਹ ਵੀ ਰੱਬ ਦੇ ਹੁਕਮ ਦੇ ਵਿੱਚ ਹੈ। ਤੇ ਸੂਖਮ ਸਰੀਰ ਉਹ ਹੁੰਦਾ ਜਿਸ ਨੂੰ ਅਸੀਂ ਆਤਮਾ ਕਹਿ ਦਿੰਦੇ, ਸਾਡੇ ਅੰਦਰ ਵਿਚਰਦੀ ਪਈ ਹੈ। ਕਹਿਣ ਲੱਗੇ ਇਹ ਵੀ ਭਾਈ ਉਸ ਪਰਮਾਤਮਾ ਦੇ ਹੁਕਮ ਦੇ ਵਿੱਚ ਹੈ। ਰਹਾਉ ਭਗਤ ਜਨਾ ਕੋ ਸਰਦਾ ਆਪ ਹਰ ਲਾਈ। ਜਿਹੜੇ ਭਗਤ ਨੇ ਨਾ, ਭਗਤੀ ਕਰਨ ਵਾਲੇ, ਭਗਤੀ ਸ਼ਰਧਾ ਦੇ ਨਾਲ ਹੁੰਦੀ ਹੈ, ਭਰੋਸੇ ਨਾਲ ਹੁੰਦੀ ਹੈ। ਇਹ ਜੇ ਅਸੀਂ ਨਿਤਨੇਮ ਕਰਦੇ ਹਾਂ ਨਾ, ਤੇ ਸਾਡੇ ਮਨ ਵਿੱਚ ਸ਼ਰਧਾ ਵੀ ਮੈਂ ਨਿਤਨੇਮ ਕਰਾਂ, ਸਾਡੇ ਮਨ ਵਿੱਚ ਸ਼ਰਧਾ ਮੈਂ ਗੁਰਦੁਆਰੇ ਜਾ ਕੇ ਮੱਥਾ ਟੇਕਾਂ, ਸਾਡੇ ਮਨ ਵਿੱਚ ਸ਼ਰਧਾ ਆਉਂਦੀ ਹੈ ਮੈਂ ਕਥਾ ਜਾਂ ਕੀਰਤਨ ਨੂੰ ਸੁਣਾ। ਪਾਤਸ਼ਾਹ ਕਹਿਣ ਲੱਗੇ ਜਿਹੜੀ ਸ਼ਰਧਾ ਪੈਦਾ ਹੋ ਰਹੀ ਹੈ, ਇਹ ਵੀ ਪਰਮਾਤਮਾ ਨੇ ਹੀ ਲਾਈ ਹੈ। ਉਹਨੇ ਸੋਚਿਆ ਵੀ ਤੇਰੇ ਮਨ ਵਿੱਚ ਇਹ ਭਾਵਨਾ ਪੈਦਾ ਹੋਵੇ ਕਿ ਤੂੰ ਕਥਾ ਕੀਰਤਨ ਨੂੰ ਸੁਣੇ ਜਾਂ ਪਾਠ ਨੂੰ ਸੁਣੇ। ਇਹ ਸ਼ਰਧਾ ਲਾਉਣ ਵਾਲਾ ਵੀ ਉਹ ਆਪ ਹੈ। ਵਿਜੇ ਗ੍ਰਸਤ ਉਦਾਸ ਰਹਾਈ। ਉਹ ਜਿਹੜੇ ਗੁਰਮੁਖ ਨੇ ਉਹ ਗ੍ਰਸਤ ਵਿੱਚ ਰਹਿੰਦਿਆਂ ਹੋਇਆਂ ਵੀ ਉਦਾਸ ਉਪਰਾਮ ਰਹਿੰਦੇ ਹਨ। ਜਬ ਅੰਤਰ ਪ੍ਰੀਤ ਹਰਸਿਓ ਬਨ ਆਈ। ਜਿਸ ਵੇਲੇ ਅੰਦਰ ਹਿਰਦੇ ਦੇ ਪ੍ਰੀਤੀ ਬਣ ਜਾਂਦੀ ਹੈ, ਪ੍ਰੇਮ ਬਣ ਜਾਂਦਾ ਆਪਣੇ ਗੁਰੂ ਦੇ ਪ੍ਰਤੀ ਜਾਂ ਪਰਮਾਤਮਾ ਦੇ ਪ੍ਰਤੀ, ਫਿਰ ਤਬ ਜੋ ਕੁਛ ਕਰੇ ਸੋ ਮੇਰੇ ਹਰ ਪ੍ਰਭ ਭਾਈ। ਜੋ ਵੀ ਕੁਝ ਕਰਦਾ, ਜਿਹੜੇ ਗੁਰਮੁਖ ਬਣ ਜਾਂਦੇ ਨਾ, ਰੱਬ ਦਾ ਕਹਿਣਾ ਮੰਨਣ ਵਾਲੇ, ਫਿਰ ਰੱਬ ਉਹਨਾਂ ਤੇ ਇੰਨਾ ਪ੍ਰਸੰਨ ਹੋ ਜਾਂਦਾ, ਇੰਨਾ ਖੁਸ਼ ਹੋ ਜਾਂਦਾ ਹੈ ਵੀ ਉਹ ਭਗਤ ਜੋ ਕੁਝ ਵੀ ਕਰੇ ਰੱਬ ਨੂੰ ਉਹੀ ਚੰਗਾ ਲੱਗਦਾ ਹੈ। ਕਿਉਂਕਿ ਪਿਆਰ ਪੈ ਗਿਆ ਨਾ। ਜੇ ਭਗਤ ਰੱਬ ਦੇ ਨਾਲ ਪਿਆਰ ਕਰਦਾ ਤੇ ਰੱਬ ਵੀ ਭਗਤ ਨਾਲ ਪਿਆਰ ਕਰਦਾ ਹੈ। ਫਿਰ ਉਹ ਭਗਤ ਗੁਰਮੁਖ ਜੋ ਵੀ ਕਰਦੇ ਨੇ ਪਰਮਾਤਮਾ ਨੂੰ ਚੰਗਾ ਲੱਗਦਾ ਹੈ। ਜਿਤ ਕਰ ਕੰਮ ਹਮ ਹਰ ਲਾਏ। ਇਸ ਕੰਮ ਵਿੱਚ ਅਸੀਂ ਲੱਗੇ ਹਾਂ, ਜਿਹੜੀ ਕਾਰ ਅਸੀਂ ਕਰਦੇ ਹਾਂ, ਜੋ ਵੀ ਰੁਜ਼ਗਾਰ ਕਮਾਉਂਦੇ ਖਾਂਦੇ ਹਾਂ, ਜੋ ਹਮ ਕਰਹਿ ਜੋ ਆਪ ਕਰਾਏ। ਉਹ ਪਾਤਸ਼ਾਹ ਜੀ ਕਹਿਣ ਲੱਗੇ ਸੋ ਹਮ ਕਰਹਿ, ਅਸੀਂ ਉਹ ਕਰਦੇ ਹਾਂ ਜੋ ਪ੍ਰਮਾਤਮਾ ਸਾਡੇ ਕੋਲੋਂ ਕਰਵਾਉਂਦਾ ਹੈ। ਜਿਨ ਕੀ ਭਗਤ ਮੇਰੇ ਪ੍ਰਭ ਭਾਈ। ਜਿਨ੍ਹਾਂ ਨੂੰ ਭਾਈ ਭਗਤੀ ਕਰਨੀ ਪਰਮਾਤਮਾ ਦੀ ਚੰਗੀ ਲੱਗੀ ਹੈ, ਪਰਮਾਤਮਾ ਦੀ ਭਗਤੀ ਜਿਨ੍ਹਾਂ ਦੇ ਮਨ ਨੂੰ ਚੰਗੀ ਲੱਗੀ ਹੈ, ਜਿਹੜੇ ਕਰਦੇ ਹਨ, ਤੇ ਜਨ ਨਾਨਕ ਰਾਮ ਨਾਮ ਲਿਵ ਲਾਈ। ਰਾਮਦਾਸ ਪਾਤਸ਼ਾਹ ਕਹਿਣ ਲੱਗੇ ਭਾਈ ਉਹ ਰਾਮ ਦੇ ਨਾਮ ਦੇ ਵਿੱਚ ਉਹਨਾਂ ਦੀ ਲਿਵ ਲੱਗ ਜਾਂਦੀ ਹੈ। ਜਿਨ੍ਹਾਂ ਨੂੰ ਭਗਤੀ ਕਰਨੀ ਚੰਗੀ ਲੱਗੀ ਹੈ, ਉਹਨਾਂ ਦਾ ਧਿਆਨ ਪਰਮਾਤਮਾ ਵਿੱਚ ਜੁੜ ਜਾਂਦਾ ਹੈ। ਗੁਜਰੀ ਮਹੱਲਾ ਪੰਜਵਾਂ। ਚੌਪ ਦੇ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ। ਗੁਜਰੀ ਰਾਗ ਦਾ ਸ਼ਬਦ ਇਥੋਂ ਪੰਜਵੇਂ ਪਾਤਸ਼ਾਹ ਮਹਾਰਾਜ ਜੀਆਂ ਦੀ ਬਾਣੀ ਆਰੰਭ ਹੋਈ ਹੈ। ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਇੱਥੇ ਬਾਣੀ ਦੀ ਬਖਸ਼ਿਸ਼ ਕਰਦੇ। ਸਤਿਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਜਦੋਂ ਜੋਤੀ ਜੋਤ ਸਮਾਏ ਸਨ, ਉਸ ਵੇਲੇ ਭਾਈ ਸਾਹਿਬ ਭਾਈ ਗੁਰਦਾਸ ਜੀ ਆਗਰੇ ਦੇ ਵਿੱਚ ਸੰਗਤਾਂ ਨੂੰ ਪ੍ਰਚਾਰ ਕਰ ਰਹੇ ਸਨ। ਤੇ ਭਾਈ ਗੁਰਦਾਸ ਜੀ ਬੀਬੀ ਭਾਨੀ ਜੀਆਂ ਦੇ ਭਰਾ ਲੱਗਦੇ ਸਨ, ਰਿਸ਼ਤੇਦਾਰੀ ਵਿੱਚੋਂ, ਸਕੇ ਭਾਈ ਨਹੀਂ ਪਰ ਰਿਸ਼ਤੇਦਾਰੀ ਵਿੱਚੋਂ ਭਰਾ ਲੱਗਦੇ ਸਨ। ਇਹ ਉਸ ਵੇਲੇ ਆਗਰੇ ਸਨ ਜਦੋਂ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀਆਂ ਨੇ ਸਰੀਰ ਛੱਡਿਆ। ਜਦੋਂ ਇਹਨਾਂ ਨੂੰ ਖਬਰ ਮਿਲੀ ਵੀ ਗੁਰੂ ਰਾਮਦਾਸ ਪਾਤਸ਼ਾਹ ਜੋਤੀ ਜੋਤ ਸਮਾ ਗਏ, ਇਹ ਆਗਰੇ ਤੋਂ ਚੱਲ ਪਏ ਕੁਝ ਸੰਗਤਾਂ ਨੂੰ ਨਾਲ ਲੈ ਕੇ, ਤੇ ਚਲਦਿਆਂ ਚਲਦਿਆਂ ਅੰਮ੍ਰਿਤਸਰ ਦੀ ਧਰਤੀ ਤੇ ਪਹੁੰਚੇ। ਤੇ ਜਿਸ ਵੇਲੇ ਆਏ ਸਤਿਗੁਰਾਂ ਦੇ ਕੋਲ ਕੁਝ ਸਮਾਂ ਬੈਠੇ, ਬਚਨ ਬਿਲਾਸ ਕੀਤੇ, ਗੁਰੂ ਰਾਮਦਾਸ ਬਾਬਤ ਕੁਝ ਗੱਲਾਂ ਬਾਤਾਂ ਹੋਈਆਂ। ਗੱਲਾਂ ਬਾਤਾਂ ਕਰਨ ਤੋਂ ਮਗਰੋਂ ਇੰਨੇ ਚਿਰ ਨੂੰ ਲਾਂਗਰੀ ਆ ਗਿਆ, ਮਹਾਰਾਜ ਜੀਆਂ ਦਾ ਪ੍ਰਸ਼ਾਦਾ ਬਣਾਉਣ ਵਾਲਾ ਸੇਵਾਦਾਰ। ਕਹਿਣ ਲੱਗਾ ਮਹਾਰਾਜ ਸਾਹਿਬ ਜੀ ਪ੍ਰਸ਼ਾਦਾ ਤਿਆਰ ਹੈ ਤੇ ਆਪ ਜੀ ਛਕ ਲੈਣਾ ਕਰੋ। ਜਦੋਂ ਮਹਾਰਾਜ ਗੁਰੂ ਅਰਜਨ ਸਾਹਿਬ ਜੀਆਂ ਨੂੰ ਸੁਨੇਹਾ ਮਿਲਿਆ ਪ੍ਰਸ਼ਾਦਾ ਛਕਣ ਦਾ, ਸਤਿਗੁਰੂ ਉੱਠ ਕੇ ਲੰਗਰ ਨੂੰ ਚੱਲੇ। ਨਾਲ ਹੀ ਸੰਗਤਾਂ ਚੱਲ ਪਈਆਂ, ਨਾਲ ਹੀ ਭਾਈ ਗੁਰਦਾਸ ਜੀ ਨੂੰ ਲੈ ਲਿਆ। ਭਾਈ ਗੁਰਦਾਸ ਜੀ ਗੁਰੂ ਅਰਜਨ ਸਾਹਿਬ ਜੀਆਂ ਦੇ ਮਾਮਾ ਜੀ ਲੱਗਦੇ ਸਨ। ਜਦੋਂ ਪੰਗਤ ਵਿੱਚ ਜਾ ਕੇ ਬੈਠੇ, ਉਸ ਲਾਂਗਰੀ ਸਿੰਘ ਨੇ ਮਿੱਸੇ ਪ੍ਰਸ਼ਾਦੇ ਜਿਹੜੇ ਸਨ ਉਹ ਲਿਆ ਕੇ ਵਰਤਾਏ। ਮਿੱਸਾ ਪ੍ਰਸ਼ਾਦਾ ਜਿਹੜਾ ਪਹਿਲਾਂ ਦਾ ਬਣਿਆ ਹੋਵੇ, ਉਹ ਪ੍ਰਸ਼ਾਦੇ ਇੱਕ ਇੱਕ ਜਾਂ ਦੋ ਦੋ ਲੋੜ ਮੁਤਾਬਕ ਸਾਰਿਆਂ ਨੂੰ ਦਿੱਤੇ।
ਤੇ ਉਹਦੇ ਨਾਲ ਇੱਕ ਲੱਸੀ ਦਾ ਛੰਨਾ ਜਿਹੜਾ ਸੀ ਉਹ ਵੀ ਦੇ ਦਿੱਤਾ ਸਾਰਿਆਂ ਨੂੰ ਪੀਣ ਵਾਸਤੇ। ਤੇ ਕਹਿਣ ਲੱਗੇ ਵੀ ਜਦੋਂ ਭਾਈ ਗੁਰਦਾਸ ਜੀਆਂ ਨੂੰ ਉਹ ਪ੍ਰਸ਼ਾਦਾ ਉਹ ਵਸਤੂ ਮਿਲੀ ਤੇ ਹੈਰਾਨ ਹੋ ਗਏ। ਤੇ ਗੁਰੂ ਅਰਜਨ ਸਾਹਿਬ ਜੀ ਨੂੰ ਕਹਿਣ ਲੱਗੇ, ਕਹਿੰਦੇ ਮਹਾਰਾਜ ਇਹ ਤੁਸੀਂ ਮੇਰੇ ਨਾਲ ਕੀ ਕੀਤਾ? ਪਹਿਲੀ ਤੇ ਗੱਲ ਇਹ ਹੈ ਵੀ ਮੈਂ ਤੁਹਾਡਾ ਰਿਸ਼ਤੇਦਾਰ ਹਾਂ, ਰਿਸ਼ਤੇਦਾਰੀ ਵਿੱਚ ਮਾਮਾ ਲੱਗਦਾ ਹਾਂ ਅਤੇ ਮੈਂ ਉਮਰ ਦੇ ਵਿੱਚ ਵੀ ਵੱਡਾ ਹਾਂ। ਤੁਸੀਂ ਕੁਝ ਲਿਹਾਜ਼ ਕਰ ਲੈਂਦੇ, ਮੇਰੀ ਉਮਰ ਦਾ ਲਿਹਾਜ਼ ਕਰਦੇ, ਮੈਨੂੰ ਪ੍ਰਸ਼ਾਦਾ ਤੇ ਚੰਗਾ ਦਿੰਦੇ ਛਕਣ ਵਾਸਤੇ। ਜੇ ਉਮਰ ਦਾ ਲਿਹਾਜ਼ ਨਹੀਂ ਸੀ ਤੇ ਮੈਂ ਮਾਮਾ ਲੱਗਦਾ ਸੀ, ਫਿਰ ਰਿਸ਼ਤੇਦਾਰੀ ਦਾ ਲਿਹਾਜ਼ ਹੁੰਦਾ ਤੇ ਪ੍ਰਸ਼ਾਦਾ ਚੰਗਾ ਛਕਾਉਂਦੇ ਮੈਨੂੰ। ਦੋ ਬਚਨ ਤੇ ਮੇਰੇ ਇਹ ਨੇ ਤੇ ਤੀਜਾ ਬਚਨ ਇਹ ਹੈ ਵੀ ਮੈਂ ਆਪ ਜੀ ਦਾ ਸਿੱਖ ਹਾਂ ਤੇ ਬੜੀ ਤਾਂਘ ਦੇ ਨਾਲ ਤੁਹਾਡੇ ਦਰਸ਼ਨ ਕਰਨ ਵਾਸਤੇ ਆਇਆ। ਤੇ ਤੁਸੀਂ ਜੇ ਮੇਰੇ ਮਨ ਵਿੱਚ ਤਾਂਘ ਹੈ ਤੁਹਾਡੇ ਦਰਸ਼ਨਾਂ ਦੀ ਤੇ ਤੁਹਾਡੇ ਮਨ ਵਿੱਚ ਦੇ ਇੱਛਾ ਹੋਵੇਗੀ ਨਾ ਸਿੱਖ ਨੂੰ ਮਿਲਣ ਦੀ, ਤੇ ਮਹਾਰਾਜ ਇਸ ਖੁਸ਼ੀ ਦੇ ਵਿੱਚ ਹੀ ਚੰਗਾ ਭੋਜਨ ਮਿਲ ਜਾਂਦਾ। ਤੁਸੀਂ ਤੇ ਬਹਿ ਪ੍ਰਸ਼ਾਦੇ ਜਿਹੜੇ ਸਵੇਰ ਵਾਲੇ ਸਨ ਉਹੀ ਹੁਣ ਛਕਾਉਂਦੇ ਪਏ। ਤੇ ਗੁਰੂ ਅਰਜਨ ਸਾਹਿਬ ਮਹਾਰਾਜ ਜੀਆਂ ਨੇ ਸੁਣੇ ਬਚਨ ਤੇ ਕਹਿਣ ਲੱਗੇ, ਭਾਈ ਗੁਰਦਾਸ ਜੀ ਨੂੰ, ਮਾਮਾ ਜੀ ਜੇ ਤੇ ਅਸੀਂ ਤੁਹਾਡੇ ਤੋਂ ਕੋਈ ਵੱਖਰਾ ਭੋਜਨ ਛਕਿਆ ਤੇ ਫਿਰ ਤੇ ਤੁਸੀਂ ਸਾਨੂੰ ਲਾਂਭਾ ਦਿਓ। ਜੇ ਤੇ ਅਸੀਂ ਕੋਈ ਵੱਖਰਾ ਥਾਲ ਵਿੱਚ ਖਾਂਦੇ ਪਏ ਹਾਂ ਉਹ ਤੁਹਾਨੂੰ ਨਹੀਂ ਮਿਲਿਆ ਤੇ ਫਿਰ ਤੇ ਤੁਸੀਂ ਗੁੱਸਾ ਕਰੋ, ਤੁਹਾਡਾ ਜਾਇਜ਼ ਹੈ, ਪਰ ਜੋ ਤੁਹਾਨੂੰ ਮਿਲਿਆ ਉਹੀ ਅਸੀਂ ਛਕਦੇ ਪਏ, ਇਹਦੇ ਵਿੱਚ ਗੁੱਸਾ ਕਰਨ ਵਾਲੀ ਗੱਲ ਕੋਈ ਨਹੀਂ ਹੈ। ਪਰ ਫਿਰ ਵੀ ਜੇ ਤੁਹਾਡੇ ਮਨ ਵਿੱਚ ਕੋਈ ਖਿਆਲ ਹੈ ਤੇ ਤੁਹਾਡੀ ਭੈਣ ਅੰਦਰ ਬੈਠੀ ਹੈ ਬੀਬੀ ਭਾਨੀ ਜੀ, ਸਾਡੇ ਮਾਤਾ ਜੀ ਪ੍ਰਸ਼ਾਦਾ ਬਣਾਉਂਦੇ ਪਏ ਨੇ, ਜਾਓ ਜਾ ਕੇ ਫਿਰ ਉਹਨਾਂ ਦੇ ਕੋਲ ਬੈਠ ਕੇ ਛਕ ਲਓ। ਭਾਈ ਗੁਰਦਾਸ ਜੀ ਉੱਠੇ, ਬੀਬੀ ਭਾਨੀ ਜੀਆਂ ਦੇ ਕੋਲ ਚਲੇ ਗਏ। ਜਾ ਕੇ ਕਹਿਣ ਲੱਗੇ ਇਹ ਕੀ ਗੱਲ ਹੈ? ਜਦੋਂ ਗੁਰੂ ਰਾਮਦਾਸ ਪਾਤਸ਼ਾਹ ਗੁਰਤਾ ਗੱਦੀ ਤੇ ਸਨ ਉਦੋਂ ਤੇ ਸੰਗਤਾਂ ਵਾਸਤੇ ਕਈ ਤਰ੍ਹਾਂ ਦੇ ਭੋਜਨ ਬਣਦੇ ਸਨ, ਪ੍ਰਸ਼ਾਦ ਬਣਾਏ ਜਾਂਦੇ, ਕਈ ਤਰ੍ਹਾਂ ਦੇ ਹੋਰ ਪਕਵਾਨ ਸੰਗਤਾਂ ਨੂੰ ਛਕਾਏ ਜਾਂਦੇ। ਅੱਜ ਗੁਰੂ ਰਾਮਦਾਸ ਜੋਤੀ ਜੋਤ ਸਮਾ ਗਏ ਤੇ ਤੁਸੀਂ ਮਿੱਸੇ ਪ੍ਰਸ਼ਾਦੇ ਵਰਤਾਉਂਦੇ ਪਏ ਹੋ। ਬੀਬੀ ਭਾਨੀ ਜੀਆਂ ਨੇ ਸੁਣਿਆ ਬਚਨ ਉਸ ਵੇਲੇ ਆਪਣੇ ਭਾਈ ਦਾ, ਭਾਈ ਗੁਰਦਾਸ ਸਾਹਿਬ ਜੀਆਂ ਦਾ। ਕਹਿਣ ਲੱਗੇ, ਭਰਾਤਾ ਜੀ ਸ਼ੁਕਰ ਕਰੋ ਅੱਜ ਤੁਹਾਨੂੰ ਮਿੱਸਾ ਪ੍ਰਸ਼ਾਦਾ ਮਿਲ ਗਿਆ, ਨਹੀਂ ਤੇ ਕਦੇ ਕਦੇ ਇਹੋ ਜਿਹਾ ਦਿਨ ਆਉਂਦਾ ਵੀ ਪ੍ਰਸ਼ਾਦਾ ਮਿਲਦਾ ਹੀ ਨਹੀਂ, ਲੰਗਰ ਬੰਦ ਹੋ ਜਾਂਦਾ ਹੈ ਤੇ ਸੰਗਤਾਂ ਵਿਚਾਰੀਆਂ ਬਿਨਾਂ ਪ੍ਰਸ਼ਾਦੇ ਤੋਂ ਰਹਿ ਜਾਂਦੀਆਂ। ਹੈਰਾਨ ਹੋ ਕੇ ਪੁੱਛਿਆ ਕਾਰਨ ਕੀ ਹੈ? ਕਹਿੰਦੇ ਕਾਰਨ ਇਹ ਹੈ ਵੀ ਗੁਰੂ ਰਾਮਦਾਸ ਪਾਤਸ਼ਾਹ ਗੁਰਤਾ ਗੱਦੀ ਤੇ ਗੁਰੂ ਅਰਜਨ ਸਾਹਿਬ ਨੂੰ ਦੇ ਕੇ ਜੋਤੀ ਜੋਤ ਸਮਾ ਗਏ, ਪਰ ਪ੍ਰਿਥੀ ਚੰਦ ਦਾ ਬੜਾ ਜ਼ੋਰ ਹੈ ਗੁਰੂ ਘਰ ਦੇ ਵਿੱਚ ਔਰ ਸੰਗਤਾਂ ਦੇ ਵਿੱਚ। ਉਹਦੇ ਬੜੇ ਜ਼ਿਆਦੇ ਬੰਦੇ ਨੇ ਉਹਦੇ ਕੋਲ ਜਿਹੜੇ ਸੰਗਤ ਨੂੰ ਪ੍ਰੇਰਦੇ ਨੇ, ਔਰ ਜਦੋਂ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਫਲਾਣੇ ਇਲਾਕੇ ਦੀ ਸੰਗਤ ਫਲਾਣੇ ਪਾਸਿਓਂ ਆ ਰਹੀ ਹੈ, ਉਹ ਪਹਿਲਾਂ ਹੀ ਸੰਗਤ ਨੂੰ ਅੱਗੋਂ ਲੈਣ ਚਲੇ ਜਾਂਦੇ। ਸੰਗਤ ਨੂੰ ਪ੍ਰਿਥੀ ਚੰਦ ਨੂੰ ਜਾ ਕੇ ਕਹਿੰਦੇ ਮੱਥਾ ਟੇਕੋ, ਇਹ ਹੈ ਗੁਰੂ। ਮਾਇਆ ਪ੍ਰਿਥੀ ਚੰਦ ਕੋਲ ਜਾਂਦੀ ਹੈ ਤੇ ਜਦੋਂ ਰਾਤ ਦਾ ਟਾਈਮ ਹੋ ਜਾਂਦਾ ਰੋਟੀ ਛਕਣ ਦਾ, ਭੋਜਨ ਛਕਣ ਦਾ, ਉਦੋਂ ਇੱਧਰ ਲੰਗਰ ਵਾਲ ਪਾਸੇ ਭੇਜ ਦਿੰਦੇ ਵੀ ਜਾਓ ਜਾ ਕੇ ਲੰਗਰ ਉਧਰੋਂ ਛਕ ਲਓ। ਮਾਇਆ ਨਾ ਹੋਣ ਕਰਕੇ ਲੰਗਰ ਦਾ ਐਸਾ ਹਾਲ ਹੈ। ਜਦੋਂ ਇਹ ਬਚਨ ਭਾਈ ਗੁਰਦਾਸ ਜੀਆਂ ਨੇ ਸੁਣਿਆ ਤੇ ਉਸ ਵੇਲੇ ਕਹਿਣ ਲੱਗੇ ਫਿਰ ਇਹਦਾ ਇੰਤਜ਼ਾਮ ਅਸੀਂ ਕਰਾਂਗੇ। ਕਹਿਣ ਲੱਗੇ ਵੀ ਭਾਈ ਗੁਰਦਾਸ ਜੀਆਂ ਨੂੰ ਪਤਾ ਲੱਗਾ ਵੀ ਸੰਗਤ ਆ ਰਹੀ ਹੈ ਤੇ ਇਹ ਪਿਪਲੀ ਸਾਹਿਬ ਦਾ ਜਿਹੜਾ ਗੁਰਦੁਆਰਾ ਸਾਹਿਬ ਹੈ ਅੰਮ੍ਰਿਤਸਰ ਦੀ ਧਰਤੀ ਤੇ, ਉਸ ਪਾਸੇ ਨੂੰ ਆਪ ਹੀ ਚਲੇ ਗਏ ਅੱਗੋਂ ਦੀ ਸੰਗਤਾਂ ਨੂੰ ਲੈਣ ਵਾਸਤੇ। ਸੰਗਤਾਂ ਨੂੰ ਜਾ ਕੇ ਦੱਸਿਆ ਕਿ ਭਾਈ ਅਸਲੀ ਗੁਰੂ ਜਾਂ ਜਿਨ੍ਹਾਂ ਨੂੰ ਗੁਰਤਾ ਗੱਦੀ ਮਿਲੀ ਹੈ ਉਹ ਗੁਰੂ ਅਰਜਨ ਸਾਹਿਬ ਨੇ, ਤੁਹਾਨੂੰ ਭੁਲੇਖੇ ਦੇ ਨਾਲ ਲੁੱਟਿਆ ਜਾ ਰਿਹਾ, ਤੁਸੀਂ ਉਹਨਾਂ ਨੂੰ ਜਾ ਕੇ ਨਮਸਕਾਰ ਕਰੋ। ਸੰਗਤਾਂ ਭਾਈ ਗੁਰਦਾਸ ਜੀਆਂ ਦੇ ਕਹਿਣ ਮੁਤਾਬਕ ਆਈਆਂ, ਆ ਕੇ ਗੁਰੂ ਅਰਜਨ ਸਾਹਿਬ ਜੀ ਨੂੰ ਮੱਥਾ ਟੇਕਿਆ ਅਤੇ ਬੇਅੰਤ ਵਸਤੂਆਂ ਸੰਗਤ ਨੇ ਭੇਟ ਕੀਤੀਆਂ। ਲੰਗਰ ਪ੍ਰਸ਼ਾਦਾ ਤਿਆਰ ਹੋਇਆ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਜੀਆਂ ਨੂੰ ਪਤਾ ਲੱਗਾ ਤੇ ਸਤਿਗੁਰੂ ਪਾਤਸ਼ਾਹ ਜੀ ਭਾਈ ਗੁਰਦਾਸ ਜੀਆਂ ਨੂੰ ਕੋਲ ਬੈਠਿਆਂ ਵੇਖ ਕੇ ਇਸ ਸ਼ਬਦ ਦੇ ਨਾਲ ਇਹ ਉਪਦੇਸ਼ ਉਹਨਾਂ ਨੂੰ ਬਖਸ਼ਿਸ਼ ਕਰਦੇ। ਗੂਜਰੀ ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਦਾ ਇਹ ਸ਼ਬਦ ਗੂਜਰੀ ਰਾਗ ਦੇ ਅੰਦਰ ਬਖਸ਼ਿਸ਼ ਹੋਇਆ। ਚੌਪਦੇ 4 ਇਸ ਦੀਆਂ ਪੌੜੀਆਂ ਨੇ। ਪਹਿਲੇ ਘਰ ਦੇ ਅੰਦਰ ਗਾਉਣ ਦਾ ਹੁਕਮ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਪਰਮਾਤਮਾ ਇੱਕ ਹੈ, ਗੁਰੂ ਕਿਰਪਾ ਨਾਲ ਪ੍ਰਾਪਤੀ ਹੁੰਦੀ ਹੈ ਤੇ ਬਖਸ਼ਿਸ਼ ਕਰਦੇ ਹਨ। ਕਾਹੇ ਰੇ ਮਨ ਚਿਤਵੈ ਉਦਮ ਜਾ ਆਹਰ ਹਰ ਜਿਉ ਪਰਿਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਐ ਭਾਈ ਗੁਰਦਾਸ ਜੀ, ਕਾਹੇ ਰੇ ਮਨ ਚਿਤਵੈ ਉਦਮ, ਕਿਉਂ ਤੁਸੀਂ ਇੰਨੀਆਂ ਉਦਮਤਾਈਆਂ ਨੂੰ ਆਪਣੇ ਮਨ ਵਿੱਚ ਸੋਚਦੇ ਪਏ ਹੋ? ਕਿਉਂ ਤੁਸੀਂ ਇੰਨਾ ਯਤਨ ਕਰਦੇ ਪਏ ਹੋ? ਭੱਜ ਭੱਜ ਕੇ ਸੰਗਤਾਂ ਨੂੰ ਦੱਸਦੇ ਪਏ ਹੋ ਜਾਂ ਆਹਰ ਹਰ ਜੀਉ ਪਰਿਆ,
ਜਿਹੜਾ ਆਹਰ ਭੋਜਨ ਹੈ ਨਾ, ਉਹ ਭੋਜਨ ਦੇਣ ਦੇ ਕੰਮ ਦੇ ਵਿੱਚ ਪਰਮਾਤਮਾ ਆਪ ਪਿਆ ਹੋਇਆ ਹੈ। ਤੇ ਫਿਰ ਸਾਨੂੰ ਫਿਕਰ ਕਰਨ ਦੀ ਕੀ ਲੋੜ ਹੈ, ਸਾਨੂੰ ਸੰਗਤ ਨੂੰ ਜਾ ਕੇ ਦੱਸਣ ਦੀ ਕੀ ਲੋੜ ਹੈ, ਕਿਉਂਕਿ ਭੋਜਨ ਦੇਣਾ ਪਹੁੰਚਾਉਣਾ ਤੇ ਪਰਮਾਤਮਾ ਦੀ ਜ਼ਿੰਮੇਵਾਰੀ ਹੈ, ਇਹ ਉਹਦਾ ਕੰਮ ਹੈ। ਕਾਹੇ ਰੇ ਮਨ ਚਿਤਵੈ ਉਦਮ, ਤੁਹਾਡੇ ਮਨ ਨੇ ਉਦਮ ਸੋਚਿਆ, ਤੁਸੀਂ ਜਾ ਕੇ ਉਦਮ ਕੀਤਾ ਹੈ, ਸੰਗਤ ਨੂੰ ਪ੍ਰੇਰ ਕੇ ਲੈ ਕੇ ਆਏ ਹੋ, ਆਪਣੇ ਵੱਲੋਂ ਸੋਚਦੇ ਹੋ ਵੀ ਮੈਂ ਇਹ ਉਦਮ ਕਰਕੇ ਕਾਰਜ ਕੀਤਾ, ਪਰ ਆਹਰ ਹਰ ਜੀਉ ਪਰਿਆ, ਜਿਹੜਾ ਆਹਰ ਬਹਾਨਾ ਬੰਨਾ ਨਾ ਭੋਜਨ ਛਕਣ ਦਾ ਜਾਂ ਭੋਜਨ ਹੈ, ਉਸ ਭੋਜਨ ਨੂੰ ਪਹੁੰਚਾਉਣ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਪਰਮਾਤਮਾ ਦੀ ਆਪਣੀ ਹੈ, ਤੇ ਇਸ ਕੰਮ ਵਿੱਚ ਉਹ ਲੱਗਾ ਹੋਇਆ। ਸਾਡੀ ਗੱਲ ਨਹੀਂ ਵੀ ਸਾਡੇ ਤੱਕ ਭੋਜਨ ਨਹੀਂ ਪਹੁੰਚਿਆ। ਮਹਾਰਾਜ ਅੱਗੇ ਫਰਮਾਉਂਦੇ ਹਨ, ਸੈਲ ਪੱਥਰ ਮੈਂ ਜੰਤੋ ਪਾਏ, ਤਾਂ ਕਾ ਰਿਜਕ ਆਗੇ ਘਰ ਧਰਿਆ। ਮਹਾਰਾਜ ਜੀ ਉਦਾਹਰਨ ਦਿੰਦੇ, ਸੈਲ ਨਾਮ ਜਿਹੜੇ ਪੱਥਰਾਂ ਦੀਆਂ ਸਿਲਾਂ ਨੇ ਨਾ, ਉਹਨਾਂ ਦੇ ਵਿੱਚ ਵੀ ਨਿੱਕੇ ਮੋਟੇ ਕੀੜੇ ਮਕੌੜੇ ਰੱਬ ਨੇ ਪੈਦਾ ਕੀਤੇ। ਭਾਈ ਗੁਰਦਾਸ ਜੀ ਤੁਸੀਂ ਤੇ ਪ੍ਰੇਰਿਆ ਸੰਗਤ ਨੂੰ ਲੈ ਕੇ ਆਏ ਹੋ ਵੀ ਇੱਧਰ ਆ ਕੇ ਮੱਥਾ ਟੇਕੋ, ਪਰ ਜਿਹੜੇ ਪਰਮਾਤਮਾ ਨੇ ਪੱਥਰਾਂ ਦੇ ਵਿੱਚ ਕੀੜੇ ਮਕੌੜੇ ਪੈਦਾ ਕੀਤੇ, ਉਹ ਕਿਹਨੂੰ ਜਾ ਕੇ ਪ੍ਰੇਰਦੇ ਨੇ, ਕਿਹਨੂੰ ਜਾ ਕੇ ਕਹਿੰਦੇ ਨੇ, ਪਰਮਾਤਮਾ ਉਹਨਾਂ ਨੂੰ ਵੀ ਪਾਲਦਾ ਪਿਆ। ਤੇ ਸੈਲ ਨਾਮ ਵੱਡੇ ਵੱਡੇ ਪੱਥਰਾਂ ਦਾ, ਜਿਹੜੇ ਭਾਰੀ ਪੱਥਰ ਹੁੰਦੇ ਨੇ ਚੁੱਕੇ ਨਾ ਜਾਣ, ਕਹਿੰਦੇ ਉਹਨਾਂ ਭਾਰੀ ਪੱਥਰਾਂ ਦੇ ਥੱਲੇ, ਉਹਨਾਂ ਭਾਰੀ ਪੱਥਰਾਂ ਦੇ ਵਿੱਚ ਵੀ ਪਤਾ ਨਹੀਂ ਕਿੰਨੇ ਕੁ ਕੀੜੇ ਮਕੌੜੇ ਪੈਦਾ ਕੀਤੇ, ਪਰ ਉਹਨਾਂ ਦੀ ਉਹ ਪਾਲਣਾ ਕਰਦਾ। ਸੈਲ ਪੱਥਰ ਮਹਿ ਜੰਤੂ ਉਪਾਏ, ਨਿੱਕੇ ਨਿੱਕੇ ਜੀਵ ਜੰਤੂਆਂ ਨੂੰ, ਪਰਮਾਣੂ ਕੀਟਾਣੂ ਜਿਹੜੇ ਪੈਦਾ ਕਰਦਾ ਪਰਮਾਤਮਾ। ਤਾਕਾ ਰਿਜਕ ਆਗਿਆ ਕਰ ਧਰਿਆ, ਉਹਨੇ ਕੀ ਖਾਣਾ ਹੈ ਇਹ ਰੱਬ ਨੇ ਪਹਿਲਾਂ ਉਹਦੇ ਵਾਸਤੇ ਬਣਤ ਬਣਾ ਕੇ ਰੱਖੀ ਹੈ। ਮਨੁੱਖ ਨੂੰ ਤੇ ਆਪਣੀ ਜ਼ਿੰਦਗੀ ਦਾ ਫਿਕਰ ਹੈ, ਮਨੁੱਖ ਨੂੰ ਤੇ ਆਪਣੇ ਬੱਚਿਆਂ ਦਾ ਫਿਕਰ ਲੱਗਿਆ ਰਹਿੰਦਾ ਹੈ, ਪਰ ਜਿਹੜੇ ਪੰਛੀ ਨੇ ਨਾ, ਪੰਛੀਆਂ ਨੂੰ ਰੱਬ ਨੇ ਜੇਬ ਨਹੀਂ ਲਾਈ ਹੈ ਵੀ ਉਹ ਜੇਬ ਦੇ ਵਿੱਚ ਕੱਲ੍ਹ ਦਾ ਜਮ੍ਹਾਂ ਕਰਕੇ ਰੱਖ ਲੈਣ। ਉਹਨਾਂ ਨੂੰ ਰੱਬ ਤੇ ਇੰਨਾ ਭਰੋਸਾ ਹੈ, ਜਿਹਨੇ ਅੱਜ ਚੋਗ ਦਿੱਤੀ ਹੈ ਚੁਗਣ ਵਾਸਤੇ, ਜੇ ਉਹ ਕੱਲ੍ਹ ਨੂੰ ਜੀਵਨ ਦੇਵੇਗਾ ਤੇ ਉਹ ਕੱਲ੍ਹ ਨੂੰ ਚੋਗ ਵੀ ਚੁਗਣ ਵਾਸਤੇ ਦੇਵੇਗਾ। ਬੰਦਿਆ ਤੇਰੇ ਨਾਲੋਂ ਜ਼ਿਆਦਾ ਭਰੋਸਾ ਤੇ ਪੰਛੀਆਂ ਨੂੰ ਹੈ। ਤੈਨੂੰ ਫਿਕਰ ਲੱਗਾ ਵੀ ਮੈਂ ਕੀ ਕਰਾਂਗਾ, ਮੇਰੀ ਔਲਾਦ ਕੀ ਕਰੇਗੀ, ਮੇਰੀਆਂ ਅੱਗੇ ਪੀੜ੍ਹੀਆਂ ਖਾਨਦਾਨ ਕੀ ਕਰੇਗਾ ਜੇ ਮੈਂ ਖੱਟੀ ਕਮਾਈ ਨਹੀਂ ਕਰਾਂਗਾ। ਤੇ ਪਰਮਾਤਮਾ ਨੇ ਜਿਹੜੇ ਇਹ ਪੰਛੀ ਪੈਦਾ ਕੀਤੇ, ਉਹਨਾਂ ਦੀ ਜੇਬ ਕੋਈ ਨਹੀਂ ਹੈ, ਉਹਨਾਂ ਦੀ ਬੈਂਕ ਕੋਈ ਨਹੀਂ ਹੈ ਇਕੱਠਾ ਕਰਨ ਵਾਸਤੇ, ਉਹਨਾਂ ਦੇ ਕੋਲ ਕੋਈ ਇਹੋ ਜਿਹਾ ਘਰ-ਬਾਰ ਨਹੀਂ ਜਿੱਥੇ ਸਾਲ ਜਾਂ 2 ਸਾਲਾਂ ਦੀ ਉਹ ਚੋਗ ਇਕੱਠੀ ਕਰਕੇ ਰੱਖ ਸਕਣ। ਪਰ ਜਦੋਂ ਪਰਮਾਤਮਾ ਉਹਨਾਂ ਨੂੰ ਜੀਵਨ ਦਿੰਦਾ, ਜੀਵਨ ਦੇ ਨਾਲ ਨਾਲ ਉਹ ਭੋਜਨ ਵੀ ਪਹੁੰਚਾਉਂਦਾ। ਤਾਕਾ ਰਿਜਕ ਆਗਿਆ ਕਰ ਧਰਿਆ, ਉਹਨਾਂ ਦਾ ਛਕਣ ਵਾਲਾ ਭੋਜਨ ਪਰਮਾਤਮਾ ਨੇ ਉਹਨਾਂ ਦੇ ਅੱਗੇ ਪਹਿਲਾਂ ਹੀ ਬੰਤਰ ਬਣਾ ਕੇ ਰੱਖੀ ਹੋਈ ਹੈ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਧਰਿਆ। ਗੁਰੂ ਅਰਜਨ ਦੇਵ ਮਹਾਰਾਜ ਜੀ ਇਹ ਬਚਨ ਕਰਦੇ ਪਏ ਸਨ। ਇੰਨੇ ਚਿਰ ਨੂੰ ਮਹਾਰਾਜ ਜੀਆਂ ਦਾ ਸਿੱਖ ਨਾਮ ਹੈ ਸੰਤ ਮਾਧੋ ਦਾਸ, ਇਹ ਕਸ਼ਮੀਰ ਦੀ ਧਰਤੀ ਤੇ ਪ੍ਰਚਾਰ ਕਰਨ ਵਾਸਤੇ ਗਿਆ ਹੋਇਆ ਸੀ। ਆਪਣੇ ਨਾਲ ਸੰਗਤਾਂ ਲੈ ਕੇ ਤੇ ਕਸ਼ਮੀਰ ਦੇ ਰਾਜੇ ਨੂੰ ਨਾਲ ਲੈ ਕੇ ਇਹ ਵੀ ਪਹੁੰਚ ਗਿਆ ਮਹਾਰਾਜ ਸਾਹਿਬ ਜੀ ਦੇ ਚਰਨਾਂ ਦੇ ਉੱਪਰ, ਜਿੱਥੇ ਸਤਿਗੁਰੂ ਬੈਠੇ ਸਨ, ਭਾਈ ਗੁਰਦਾਸ ਜੀ ਬੈਠੇ ਹੋਏ। ਇਸ ਰਾਜੇ ਨੇ ਆ ਕੇ ਮੱਥਾ ਟੇਕਿਆ, ਕਸ਼ਮੀਰ ਦੇ ਨੇ ਸੰਗਤਾਂ ਨੇ ਮੱਥਾ ਟੇਕਿਆ, ਮਾਇਆ ਦੇ ਢੇਰ ਲੱਗ ਗਿਆ ਮਹਾਰਾਜ ਜੀਆਂ ਦੇ ਸਾਹਮਣੇ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਇੱਥੇ ਮਾਣ ਵੀ ਤੋੜਨਾ ਚਾਹੁੰਦੇ ਸਨ ਗੁਰਦਾਸ ਜੀਆਂ ਦਾ, ਵੀ ਇਹਨਾਂ ਦੇ ਮਨ ਵਿੱਚ ਇਹ ਨਾ ਆਵੇ ਵੀ ਮੈਂ ਸੰਗਤ ਲੈ ਕੇ ਆਇਆ ਤੇ ਤਾਂ ਕੰਮ ਚੱਲੇ ਨੇ, ਪਰਮਾਤਮਾ ਕਾਰਜ ਆਪੇ ਸਾਰੇ ਕਰਦਾ ਹੈ। ਕਹਿਣ ਲੱਗੇ ਮੇਰੇ ਮਾਧੋ ਜੀ ਸਤ ਸੰਗਤ ਮਿਲੈ ਸੋ ਧਰਿਆ, ਇਹ ਨੇ ਸਾਡੇ ਸੰਤ, ਨਾਮ ਹੈ ਮਾਧੋ ਦਾਸ। ਜਿਹੜਾ ਇਹਨਾਂ ਦੀ ਸੰਗਤ ਵਿੱਚ ਮਿਲੇਗਾ ਉਹ ਵੀ ਸੰਸਾਰ ਤੋਂ ਤਰ ਜਾਵੇਗਾ। ਆਪਾਂ ਬਚਨ ਪੜ੍ਹਦੇ ਆ ਨਾ, ਮੰਨੈ ਤਰੈ ਤਾਰੇ ਗੁਰਸਿੱਖ। ਗੁਰਸਿੱਖ ਆਪ ਜੇ ਪੂਰਾ ਹੈ ਨਾ, ਭਜਨ ਬੰਦਗੀ ਵਾਲਾ, ਗੁਰੂ ਦੇ ਹੁਕਮ ਨੂੰ ਮੰਨਣ ਵਾਲਾ, ਤੇ ਸਤਿਗੁਰੂ ਆਪਣੇ ਸਿੱਖ ਨੂੰ ਵੀ ਇੰਨੀ ਸਮਰੱਥਾ ਦਿੰਦੇ ਨੇ ਕਿ ਉਹ ਸਿੱਖ ਵੀ ਦੂਜਿਆਂ ਦੇ ਭਲਾ ਕਰਨ ਦੇ ਯੋਗ ਹੋ ਜਾਂਦਾ। ਜਿਸ ਤਰ੍ਹਾਂ ਇੱਕ ਪੁਲ ਇੱਕ ਕਿਨਾਰੇ ਨੂੰ ਦੂਜੇ ਕਿਨਾਰੇ ਦੇ ਨਾਲ ਜੋੜਦਾ ਹੈ, ਇਸੇ ਤਰ੍ਹਾਂ ਗੁਰੂ ਕਾ ਸਿੱਖ ਵੀ ਪੁਲ ਦਾ ਕੰਮ ਕਰਦਾ ਹੈ, ਸੰਗਤਾਂ ਨੂੰ ਗੁਰੂ ਦੇ ਨਾਲ ਲਿਆ ਕੇ ਜੋੜਦਾ, ਉਹਨਾਂ ਦਾ ਭਲਾ ਕਰਦਾ ਹੈ। ਮਹਾਰਾਜ ਕਹਿਣ ਲੱਗੇ ਮੇਰੇ ਮਾਧੋ ਜੀ
ਸਤ ਸੰਗਤ ਮਿਲੈ ਸੋ ਤਰਿਆ। ਜਿਹੜੇ ਸਾਡੇ ਇਸ ਮਾਧੋ ਦੀ ਸੰਗਤ ਵਿੱਚ ਮਿਲਣਗੇ ਨਾ, ਉਹ ਸੰਸਾਰ ਤੋਂ ਤਰ ਜਾਣਗੇ। ਐਸੀ ਇਹਨਾਂ ਦੀ ਪਵਿੱਤਰ ਸੰਗਤ ਹੈ। ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ। ਗੁਰੂ ਦੀ ਬਖਸ਼ਿਸ਼ ਦੇ ਨਾਲ ਇਹਨਾਂ ਨੇ ਕੇਵਲ ਮੋਕਸ਼ ਨੂੰ ਪ੍ਰਾਪਤ ਕੀਤਾ ਤੇ ਸੁੱਕੀ ਹੋਈ ਸੂਲੀ ਜਿਹੜੀ ਹੈ ਨਾ, ਉਹ ਗੁਰੂ ਕਿਰਪਾ ਨਾਲ ਹਰੀ ਹੋ ਗਈ ਹੈ। ਇਹਦੇ ਵਿੱਚ ਇੱਕ ਸਾਖੀ ਸੁਣਾਉਂਦੇ ਨੇ ਵਿਦਵਾਨ ਜਨ, ਕਹਿਣ ਲੱਗੇ ਭਾਈ ਮਾਧੋ ਜੀ ਜਦੋਂ ਕਥਾ ਕਰਿਆ ਕਰਦੇ ਸਨ, ਇੱਕ ਸ਼ਾਹੂਕਾਰ ਦਾ ਲੜਕਾ ਕਥਾ ਸੁਣਿਆ ਕਰਦਾ ਸੀ। 4 ਉਸਦੇ ਪੁੱਤਰ ਸਨ ਤੇ ਸਭ ਤੋਂ ਛੋਟਾ ਸੰਗਤ ਵਿੱਚ ਆ ਕੇ ਬੈਠਦਾ। ਇੱਕ ਦਿਨ ਕੀ ਹੋਇਆ ਕਿ ਜਿਸ ਵੇਲੇ ਰਾਤ ਨੂੰ ਕਥਾ ਦੀ ਸਮਾਪਤੀ ਹੋਈ ਤੇ ਉਹ ਛੋਟਾ ਪੁੱਤਰ ਸ਼ਾਹੂਕਾਰ ਦਾ ਘਰ ਨੂੰ ਜਾ ਰਿਹਾ ਸੀ ਤੇ ਕਹਿਣ ਲੱਗੇ ਉਸ ਵੇਲੇ ਰਾਜੇ ਦੇ ਮਹਿਲਾਂ ਦੇ ਵਿੱਚ ਚੋਰੀ ਹੋ ਗਈ। ਸਿਪਾਹੀ ਲੱਭਣ ਵਾਸਤੇ ਦੌੜ ਪਏ ਤੇ ਕਹਿਣ ਲੱਗੇ ਲੜਕਾ ਜਾ ਰਿਹਾ ਸੀ, ਇਹਨੂੰ ਉਹਨਾਂ ਨੇ ਪਕੜ ਲਿਆ ਵੀ ਇਹ ਅੱਧੀ ਰਾਤ ਕਿੱਧਰ ਤੁਰਿਆ ਫਿਰਦਾ। ਜਦੋਂ ਲੜਕੇ ਨੂੰ ਡਾਂਟਿਆ ਗਿਆ, ਪੁੱਛਿਆ ਗਿਆ ਤੂੰ ਕੌਣ ਹੈ, ਕਿੱਥੋਂ ਆਇਆ, ਇਹਨੇ ਆਪਣੇ ਬਾਪ ਦਾ ਨਾਮ ਦੱਸਿਆ ਕਿ ਮੈਂ ਉਹਦਾ ਪੁੱਤਰ ਹਾਂ ਤੇ ਮੈਂ ਸੰਗਤ ਵਿੱਚੋਂ ਆ ਰਿਹਾ। ਜਦੋਂ ਸਿਪਾਹੀਆਂ ਨੇ ਜਾ ਕੇ ਬਾਪ ਨੂੰ ਪੁੱਛਿਆ ਵੀ ਇਹ ਤੇਰਾ ਪੁੱਤਰ ਹੈ ਤੇ ਉਹ ਡਰ ਗਿਆ ਮਨ ਦੇ ਵਿੱਚ ਤੇ ਸੋਚਣ ਲੱਗ ਪਿਆ ਵੀ 4 ਪੁੱਤਰ ਸਨ, 3 ਪੁੱਤਰ ਤੇ ਬੜੀ ਕਮਾਈ ਕਰਦੇ, ਧਨ ਖੱਟ ਕੇ ਲਿਆਉਂਦੇ, ਇਹ ਚੌਥਾ ਵਿਹਲਾ ਰਹਿੰਦਾ, ਕੰਮਕਾਰ ਕਰਦਾ ਨਹੀਂ ਤੇ ਸਾਧਾਂ ਦੇ ਵਿੱਚ ਤੁਰਿਆ ਫਿਰਦਾ। ਤੇ ਇਹ ਨਾ ਹੋਵੇ ਇਹਦੇ ਪਿੱਛੇ ਕਿਤੇ ਮੇਰੇ ਤੇ ਵੀ ਕੋਈ ਮੁਸੀਬਤ ਪੈ ਜਾਵੇ। ਉਹਨੇ ਨਾਂਹ ਦੇ ਵਿੱਚ ਸਿਰ ਹਿਲਾਇਆ ਵੀ ਮੈਂ ਨਹੀਂ ਜਾਣਦਾ ਇਹ ਕੌਣ ਹੈ। ਜਦੋਂ ਇਹ ਗੱਲ ਕੀਤੀ ਤੇ ਸਿਪਾਹੀਆਂ ਨੇ ਜਾ ਕੇ ਰਾਜੇ ਨੂੰ ਦੱਸਿਆ। ਰਾਜੇ ਨੂੰ ਯਕੀਨ ਹੋ ਗਿਆ ਵੀ ਇਹ ਵਾਕਿਆ ਹੀ ਚੋਰ ਹੈ, ਜਿਹਨੂੰ ਇਹ ਆਪਣਾ ਬਾਪ ਕਹਿੰਦਾ ਉਹ ਬਾਪ ਤੇ ਕਹਿੰਦਾ ਮੇਰਾ ਪੁੱਤਰ ਹੀ ਨਹੀਂ ਹੈ। ਉਸੇ ਵੇਲੇ ਹੁਕਮ ਦਿੱਤਾ ਗਿਆ ਇਹਨੂੰ ਸੂਲੀ ਤੇ ਚਾੜ ਕੇ ਮਾਰ ਦਿੱਤਾ ਜਾਵੇ। ਲੱਕੜ ਨੂੰ ਚੰਗੀ ਤਰ੍ਹਾਂ ਘੜ ਕੇ ਤਿੱਖੀ ਕਰਕੇ ਤੇ ਉਸ ਨੂੰ ਧਰਤੀ ਵਿੱਚ ਗੱਡਿਆ ਜਾਂਦਾ, ਉਹਦੇ ਉੱਪਰ ਬੰਦੇ ਨੂੰ ਬਿਠਾਇਆ ਜਾਂਦਾ ਤੇ ਉਹ ਜਿਹੜੀ ਤਿੱਖੀ ਲੱਕੜ ਹੈ ਨਾ, ਸਰੀਰ ਨੂੰ ਪਾੜਦੀ ਹੋਈ ਮੂੰਹ ਦੇ ਵਿੱਚੋਂ ਦੀ, ਸਿਰ ਦੇ ਵਿੱਚੋਂ ਦੀ ਪਾਰ ਹੋ ਜਾਂਦੀ ਸੀ। ਇਸ ਤਰ੍ਹਾਂ ਸਰੀਰ ਪਾੜ ਜਾਂਦਾ, ਇਸ ਤਰ੍ਹਾਂ ਸੂਲੀ ਦਿੱਤੀ ਜਾਂਦੀ ਉਹਨਾਂ ਸਮਿਆਂ ਦੇ ਵਿੱਚ। ਤੇ ਜਦੋਂ ਸੂਲੀ ਦੇਣ ਵਾਸਤੇ ਉਹ ਤਿੱਖੀ ਲੱਕੜ ਕਰਕੇ ਸੁੱਕੀ ਹੋਈ ਲੱਕੜ ਨੂੰ ਗੱਡਿਆ ਧਰਤੀ ਦੇ ਵਿੱਚ ਤੇ ਇਸ ਲੜਕੇ ਨੂੰ ਚੁੱਕ ਕੇ ਉੱਪਰ ਬਿਠਾਉਣ ਲੱਗੇ, ਕਹਿਣ ਲੱਗੇ ਐਸੀ ਪ੍ਰਮਾਤਮਾ ਨੇ ਉਸ ਵੇਲੇ ਕਿਰਪਾ ਕੀਤੀ, ਉਹ ਲੱਕੜ ਦੇ ਵਿੱਚੋਂ ਹਰੀਆਂ ਹਰੀਆਂ ਲਗਰਾਂ ਜਿਹੜੀਆਂ ਸਨ ਫੁੱਟੀਆਂ ਹੋਈਆਂ ਬਾਹਰ ਨੂੰ ਦਿਖਾਈ ਦੇਣ ਲੱਗ ਪਈਆਂ। ਲੱਕੜ ਦੇ ਵਿੱਚੋਂ ਪੱਤੇ ਤੇ ਨਿੱਕੀਆਂ ਨਿੱਕੀਆਂ ਟਾਹਣੀਆਂ ਦਿਖਾਈ ਦੇਣ ਲੱਗ ਪਈਆਂ। ਸਿਪਾਹੀ ਹੈਰਾਨ ਹੋ ਗਏ, ਜਾ ਕੇ ਰਾਜੇ ਨੂੰ ਦੱਸਿਆ ਤੇ ਰਾਜੇ ਨੇ ਫਿਰ ਪਛਤਾਪ ਕੀਤਾ ਵੀ ਇਹ ਕੋਈ ਸਾਧੂ ਹੀ ਹੈ ਜਿਹਦੀ ਬਖਸ਼ਿਸ਼ ਦੇ ਨਾਲ ਸੁੱਕੀ ਹੋਈ ਲੱਕੜ ਹਰੀ ਹੋ ਗਈ ਹੈ ਤੇ ਮੇਰੇ ਕੋਲੋਂ ਤੇ ਵੱਡਾ ਭਾਰੀ ਗੁਨਾਹ ਹੋ ਚੱਲਿਆ ਸੀ। ਮਾਫੀ ਮੰਗੀ ਲੜਕੇ ਦੇ ਕੋਲੋਂ ਅਤੇ ਫਿਰ ਭਾਈ ਮਾਧੋ ਜੀ ਦੀ ਸੰਗਤ ਵਿੱਚ ਰਾਜੇ ਨੇ ਆ ਕੇ ਮਾਫੀ ਮੰਗੀ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ। ਭਾਈ ਮਾਧੋ ਜੀ ਤੁਹਾਡੀ ਅਵਸਥਾ ਤੇ ਇਹੋ ਜੀ ਹੈ, ਜਿਨ੍ਹਾਂ ਨੇ ਤੁਹਾਡੀ ਸੰਗਤ ਕੀਤੀ ਹੈ ਉਹਨਾਂ ਦੇ ਵਾਸਤੇ ਉਹ ਪ੍ਰਮਾਤਮਾ ਨੇ ਸੁੱਕੀਆਂ ਹੋਈਆਂ ਲੱਕੜਾਂ ਵੀ ਹਰੀਆਂ ਕਰ ਛੱਡੀਆਂ, ਪਰ ਉਹਨਾਂ ਭਗਤਾਂ ਨੂੰ ਤੱਤੀ ਵਾਹ ਤੱਕ ਨਹੀਂ ਉਹਨੇ ਲੱਗਣ ਦਿੱਤੀ। ਐਸੀ ਬਖਸ਼ਿਸ਼ ਕਰਦੇ। ਫਿਰ ਫਰਮਾਉਂਦੇ ਹਨ ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਪਾਤਸ਼ਾਹ ਜੀ ਕਹਿਣ ਲੱਗੇ ਨੇ ਮਾਧੋ ਨਾਮ ਜਿਹੜਾ ਮਾਇਆ ਦਾ ਪਤੀ ਹੈ, ਪਰਮਾਤਮਾ ਮਾਇਆ ਦਾ ਪਤੀ ਹੈ। ਕਹਿਣ ਲੱਗੇ ਭਾਈ ਉਸ ਮਾਇਆ ਦੇ ਪਤੀ ਪਰਮਾਤਮਾ ਦੀ ਜਿਨ੍ਹਾਂ ਨੇ ਸਤ ਸੰਗਤ ਕੀਤੀ ਹੈ, ਜਿਵੇਂ ਆਪਾਂ ਸੰਗਤ ਵਿੱਚ ਬੈਠੇ ਹਾਂ, ਇਹ ਸੰਗਤ ਵਿੱਚ ਪਰਮੇਸ਼ਰ ਵਸਿਆ ਹੋਇਆ, ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਇਹ ਸੰਗਤ ਵਿੱਚ ਪਰਮਾਤਮਾ ਆਪ ਨਿਵਾਸ ਕਰਦਾ। ਜਿਨ੍ਹਾਂ ਨੇ ਉਸ ਮਾਧੋ ਦੀ ਸਤ ਸੰਗਤ ਵਿੱਚ ਮਿਲੇ ਨੇ ਸੋ ਤਰਿਆ, ਉਹ ਸੰਸਾਰ ਤੋਂ ਤਰ ਜਾਂਦੇ। ਸੰਗਤ ਐਸੀ ਬਖਸ਼ਿਸ਼ ਕਰਦੀ ਹੈ। ਰਹਾਉ ਜਨਨ ਪਿਤਾ ਲੋਕ ਸੁਤ ਬਣਤਾ, ਕੋਈ ਨਾ ਕਿਸ ਕੀ ਧਰਿਆ। ਪ੍ਰਸਾਦ ਪਰਮ ਪਦ ਪਾਇਆ, ਜਿਨ੍ਹਾਂ ਦੇ ਉੱਪਰ ਗੁਰੂ ਬਖਸ਼ਿਸ਼ ਕਰ ਦਿੰਦਾ ਹੈ, ਸੰਗਤ ਵਿੱਚ ਆ ਜਾਂਦੇ ਨੇ, ਉਹ ਪਰਮ ਪਦਵੀ ਨੂੰ ਪ੍ਰਾਪਤ ਕਰਦੇ, ਕੇਵਲ ਮੋਕਸ਼ ਨੂੰ ਪ੍ਰਾਪਤ ਕਰਦੇ ਨੇ। ਤੇ ਪਾਤਸ਼ਾਹ ਜੀ ਕਹਿਣ ਲੱਗੇ ਸੂਕੇ ਕਾਸ਼ਟ ਹਰਿਆ। ਉਹਨਾਂ ਦੇ ਜਿਹੜੇ ਮਨ ਨੇ ਨਾ, ਮਨ ਇਹ ਸੁੱਕੀ ਲੱਕੜ ਦੇ ਵਾਂਗ ਸ਼ੁਭ ਗੁਣਾਂ ਦੇ ਵੱਲੋਂ ਸੁੱਕ ਚੁੱਕੇ ਨੇ। ਬਿਲਕੁਲ ਸ਼ੁਭ ਗੁਣ ਰਹਿ ਹੀ ਕੋਈ ਨਹੀਂ ਗਿਆ। ਕਿਸੇ ਤੇ ਦਇਆ ਕਰਨੀ, ਕੋਈ ਧਰਮ ਕਮਾਉਣਾ, ਕੋਈ ਸੱਚ ਬੋਲਣਾ, ਇਹ ਸ਼ੁਭ ਗੁਣ ਨੇ। ਤੇ ਸ਼ੁਭ ਗੁਣ ਕਿੱਥੇ ਨੇ ਅੱਜ ਸਾਡੇ ਵਿੱਚ? ਸਾਨੂੰ ਮੌਕਾ ਮਿਲਣਾ ਚਾਹੀਦਾ। ਦਇਆ ਵੀ ਝੱਟ ਹੀ ਅੰਦਰੋਂ ਨਾਸ ਹੋ ਜਾਂਦੀ ਹੈ, ਧਰਮ ਨੂੰ ਵੀ ਪਰੇ ਕਰ ਦਈਦਾ, ਝੂਠ ਵੀ ਝੱਟ ਬੋਲੀਦਾ ਹੈ।
ਇਹ ਜਿਹੜੇ ਸ਼ੁਭ ਗੁਣ ਨੇ ਸੁੱਕ ਗਏ ਸਾਡੇ ਅੰਦਰੋਂ, ਪਰ ਜਿਹੜੇ ਸੰਗਤ ਵਿੱਚ ਆ ਕੇ ਬੈਠਦੇ ਨੇ ਸੂਕੇ ਕਾਸ਼ਟ ਹਰਿਆ, ਉਹਨਾਂ ਦੇ ਸ਼ੁਭ ਗੁਣ ਜਿਹੜੇ ਨੇ ਹਿਰਦੇ ਵਿੱਚ ਹਰੇ ਭਰੇ ਹੋ ਜਾਂਦੇ, ਭਾਵ ਕਿ ਉਹ ਸ਼ੁਭ ਗੁਣਾਂ ਦੇ ਸਮੇਤ ਹੋ ਜਾਂਦੇ। ਸਤ ਸੰਤੋਖ ਦਇਆ ਧਰਮ ਇਤਿਆਦਿਕ ਦੀ ਸੰਗਤ ਵਿੱਚੋਂ ਪ੍ਰਾਪਤੀ ਹੁੰਦੀ ਹੈ। ਰਹਾਉ ਜਨ ਪਿਤਾ ਲੋਕ ਸੁਤ ਬੰਤਾ, ਕੋਈ ਨਾ ਕਿਸ ਕੀ ਧਰਿਆ। ਅੱਛਾ, ਕਹਿਣ ਲੱਗੇ ਜਨਨ ਪਿਤਾ, ਜਨਨ ਨਾਮ ਜਨਨੀ ਦਾ, ਜਨਮ ਦੇਣ ਵਾਲੀ ਦਾ, ਤੇ ਪਿਤਾ ਨਾਮ ਪਾਲਣ ਵਾਲੇ ਦਾ। ਜਨਨ ਪਿਤਾ ਲੋਕ, ਜਿੰਨੇ ਸਾਡੇ ਆਂਢੀ ਗੁਆਂਢੀ ਨੇ ਜਾਂ ਸਾਡੇ ਰਿਸ਼ਤੇਦਾਰ ਨੇ, ਮਾਮੇ ਚਾਚੇ ਤਾਏ ਮਾਮੇ ਨਾਨੇ ਇਤਿਆਦਿਕ ਜੋ ਵੀ ਨੇ, ਇਹ ਜਿੰਨੇ ਲੋਕ ਹਨ। ਤੇ ਬਣਤਾ ਨਾਮ ਘਰ ਵਾਲੀ ਦਾ, ਜਿੰਨੀਆਂ ਵੀ ਰਿਸ਼ਤੇਦਾਰੀਆਂ ਨੇ, ਕੋਈ ਨਾ ਕਿਸ ਕੀ ਧਰਿਆ। ਅਸਲ ਵਿੱਚ ਕੋਈ ਵੀ ਕਿਸੇ ਦਾ ਆਸਰਾ ਨਹੀਂ ਹੈ। ਸਾਡਾ ਜੀਵਨ ਉਹਨਾਂ ਦੇ ਆਸਰੇ ਨਹੀਂ। ਅਸੀਂ ਸਮਝੀ ਬੈਠੇ ਹਾਂ ਮੇਰੇ ਤੇ ਦੁੱਖ ਆਵੇਗਾ, ਮੇਰੇ ਨਾਨਕੇ ਆ ਜਾਣਗੇ, ਦਾਦਕੇ ਆ ਜਾਣਗੇ, ਪੁੱਤਰ ਮਦਦ ਕਰੇਗਾ, ਘਰ ਵਾਲੀ ਮਦਦ ਕਰੇਗੀ, ਪਰ ਜਦੋਂ ਸਮਾਂ ਪਹੁੰਚ ਜਾਂਦਾ ਕਿਸੇ ਦਾ ਆਸਰਾ ਕੋਈ ਰਹਿ ਹੀ ਨਹੀਂ ਜਾਂਦਾ ਹੈ। ਸਾਰੇ ਬਾਹਰ ਬੈਠੇ ਉਡੀਕਦੇ ਪਏ, ਕੋਈ ਵੈਦ ਦੇ ਮੂੰਹ ਵੱਲ ਵੇਖਦਾ, ਕੋਈ ਡਾਕਟਰ ਦੇ ਮੂੰਹ ਵੱਲ ਵੇਖਦਾ ਵੀ ਹੁਣ ਕੀ ਬਣੇਗਾ, ਹੁਣ ਕੀ ਹੋਵੇਗਾ। ਪਾਤਸ਼ਾਹ ਕਹਿਣ ਲੱਗੇ ਤੇਰੇ ਮਨ ਵਿੱਚ ਭਰਮ ਪੈਦਾ ਹੋ ਗਿਆ ਵੀ ਇਹ ਰਿਸ਼ਤੇਦਾਰ ਮੇਰੇ ਨਾਲ ਨਿਭਣਗੇ ਜਾਂ ਮੈਨੂੰ ਬਚਾ ਲੈਣਗੇ। ਅਸਲ ਵਿੱਚ ਕੋਈ ਨਾ ਕਿਸ ਕੀ ਧਰਿਆ, ਕੋਈ ਵੀ ਕਿਸੇ ਦਾ ਆਸਰਾ ਨਹੀਂ ਹੈ, ਕੋਈ ਕਿਸੇ ਨੂੰ ਰੱਖ ਨਹੀਂ ਸਕਦਾ ਹੈ। ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਕਾਹੇ ਮਨ ਭਉ ਕਰਿਆ। ਚੰਨੂ ਭਾਈ ਮਾਧੋ ਜੀ ਤੇ ਉਹ ਰਾਜਾ ਜਿੰਨੇ ਆਏ ਸਨ ਮੱਥਾ ਟੇਕ ਕੇ ਚਲੇ ਗਏ। ਤੇ ਸਤਿਗੁਰੂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਫਿਰ ਭਾਈ ਗੁਰਦਾਸ ਜੀ ਵੱਲ ਵੇਖ ਕੇ ਕਹਿਣ ਲੱਗੇ, ਭਾਈ ਗੁਰਦਾਸ ਜੀ ਸਿਰ ਸਿਰ ਰਿਜਕ ਸੰਭਾਹੇ ਠਾਕੁਰ। ਉਹ ਜਿਹੜਾ ਠਾਕੁਰ ਮਾਲਕ ਹੈ ਨਾ, ਉਹ ਸਾਰਿਆਂ ਦੇ ਜਿਹੜਾ ਹੈ ਰਿਜ਼ਕ ਦਾ ਪ੍ਰਬੰਧ ਪਹਿਲਾਂ ਹੀ ਕਰੀ ਬੈਠਾ ਹੈ। ਜਿੰਨੇ ਵੀ ਜੀਵ ਉਸਨੇ ਸਿਰ ਸਿਰਜੇ ਨੇ, ਉਹਨਾਂ ਦੇ ਛਕਣ ਵਾਸਤੇ ਭੋਜਨ ਦਾ ਪ੍ਰਬੰਧ ਉਸਨੇ ਕੀਤਾ ਹੋਇਆ ਹੈ। ਜਾਂ ਆਪਾਂ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ, ਜਿੰਨੇ ਜੀਵ ਪੈਦਾ ਕੀਤੇ ਨੇ ਸਾਰਿਆਂ ਨੂੰ ਉਹਨੇ ਸਿਰ ਬਸਿਰ ਕੀਤਾ ਹੋਇਆ। ਸਾਰਿਆਂ ਨੂੰ ਉਹਨੇ ਜਿਹੜਾ ਹੈ ਨਾ ਭੋਜਨ ਦੀ ਦਾਤ ਉਹਨੇ ਦਿੱਤੀ ਹੋਈ ਹੈ। ਕੋਈ ਕਿਸੇ ਦੇ ਆਸਰੇ ਨਹੀਂ ਛੱਡਿਆ ਵੀ ਫਲਾਣਾ ਹੋਵੇਗਾ ਤੇ ਤਾਂ ਫਲਾਣੇ ਦੀ ਪਾਲਣਾ ਹੋਵੇਗੀ, ਨਹੀਂ। ਉਹਨੇ ਸੁਤੰਤਰ ਪੈਦਾ ਕੀਤਾ ਸਾਰਿਆਂ ਨੂੰ, ਕੋਈ ਕਿਸੇ ਦਾ ਆਸਰਾ ਨਹੀਂ ਹੈ। ਆਪਣੇ ਸਿਰ ਬਸਿਰ ਨੇ ਜਿੰਨੇ ਜੀਵ ਉਹਨੇ ਪੈਦਾ ਕੀਤੇ। ਪਾਤਸ਼ਾਹ ਕਹਿਣ ਲੱਗੇ ਫਿਰ ਕਾਹੇ ਮਨ ਭਉ ਕਰਿਆ। ਫਿਰ ਕਿਸ ਗੱਲ ਦਾ ਡਰ ਕਰਨਾ ਵੀ ਸੰਗਤ ਆਵੇਗੀ, ਮੱਥਾ ਟੇਕੇਗੀ ਤੇ ਮਾਇਆ ਚੜਾਵੇਗੀ। ਭਾਈ ਗੁਰਦਾਸ ਜੀ ਕਿਉਂ ਇਸ ਡਰ ਦੇ ਵਿੱਚ ਪਏ ਹੋਏ ਹੋ? ਜਿੰਨੇ ਜੀਵ ਪੈਦਾ ਕੀਤਾ ਉਹਨੇ ਰਿਜ਼ਕ ਵੀ ਨਾਲ ਦੇਣਾ। ਕਿਸੇ ਵਿਦਵਾਨ ਨੇ ਲਿਖਿਆ, ਕਹਿਣ ਲੱਗਾ ਜਬ ਦਾंत ਨਹੀਂ ਤਬ दूध ਦਿਓ, ਅਬ ਦਾंत ਦਿਏ ਕਿਆ ਅੰਨ ਨਾ ਦੈ ਹੈ। ਜਦੋਂ ਤੇਰੇ ਮੂੰਹ ਵਿੱਚ ਦੰਦ ਨਹੀਂ ਸਨ, ਉਦੋਂ ਰੱਬ ਨੇ ਤੇਰੇ ਪੀਣ ਵਾਸਤੇ ਦੁੱਧ ਦਾ ਪ੍ਰਬੰਧ ਕਰ ਛੱਡਿਆ। ਤੇ ਜੇ ਹੁਣ ਉਹਨੇ ਦੰਦ ਲਾ ਦਿੱਤੇ ਤੇ ਕੀ ਉਹ ਖਾਣ ਵਾਲੇ ਅੰਨ ਦਾ ਪ੍ਰਬੰਧ ਨਹੀਂ ਕਰੇਗਾ? ਜ਼ਰੂਰ ਕਰੇਗਾ, ਪਰ ਤੇਰੇ ਸਮਝਣ ਦੀ ਲੋੜ ਹੈ। ਊੜੈ ਊੜ ਆਵੈ ਸੈ ਕੋਸਾ, ਤਿਸ ਪਾਛੇ ਬਛਰੇ ਚਰਿਆ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਊੜੈ ਊੜ ਜਿਹੜੀਆਂ ਕੂੰਜਾਂ ਨੇ, ਕੂੰਜਾਂ ਦੀ ਇੱਕ ਉਦਾਹਰਨ ਦਿੱਤੀ ਹੈ ਕਿ ਕੂੰਜਾਂ ਪਹਾੜਾਂ ਵਿੱਚ ਠੰਡੀ ਥਾਂ ਤੇ ਆਪਣੇ ਆਂਡੇ ਵਗੈਰਾ ਦੇ ਕੇ ਤੇ ਉੱਥੋਂ ਉੱਡ ਕੇ ਕਿਤੇ ਪਾਸੇ ਹੋਰ ਲਾਂਭੇ ਚਲੇ ਜਾਂਦੀਆਂ। ਕਈ ਕੋਹਾਂ ਦਾ ਸਫ਼ਰ ਤੈਅ ਕਰ ਲੈਂਦੀਆਂ।